ਜਿਸਨੂੰ ਮਤਿ ਆਵੇ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ। ਸਲੋਕ ਮਹਿਲਾ ਪਹਿਲਾ। ਮਾਰੂ ਮਹੀਨਾ ਤ੍ਰਿਪਤਿਆ। ਅਗੀ ਲਹੈ ਨਾ ਭੁਖ। ਰਾਜਾ ਰਾਜ ਨਾ ਤ੍ਰਿਪਤਿਆ। ਸਾਇਰ ਭਰੇ ਕੇ ਸੁਖ। ਨਾਨਕ ਸਚੇ ਨਾਮ ਕੀ। ਕੀਤੀ ਪੁੱਛਾਂ ਪੁੱਛ। ਮਹਿਲਾ ਦੂਜਾ। ਨਿਫਲੰ ਤਸ ਜਨਮਸ। ਜਾਵਤ ਬ੍ਰਾਹਮਣ ਬਿੰਦਤੇ। ਸਾਗਰੰ ਸੰਸਾਰ। ਸੇ ਗੁਰ ਪ੍ਰਸਾਦੀ ਤਰੈ ਕੇ। ਕਰਨ ਕਰਨ ਸਮਰਥ ਹੈ। ਕਹੋ ਨਾਨਕ ਵਿਚਾਰ। ਕਾਰਨ ਕਰਤੇ ਵਸ ਹੈ। ਜਿਨ ਕਲ ਰਖੀ ਤਾਰ। ਪੌੜੀ ਖਸਮ ਕੈ ਦਰਬਾਰ।
ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਿਗਸਿਆ ਖਸਮੋ ਪੂਰਾ ਪਾਏ ਮਨੋ ਰਹਸਿਆ ਦੁਸ਼ਮਨ ਕੱਢੇ ਮਾਰ ਸਜਣ ਸਰਸਿਆ ਸੱਚਾ ਸਤਿਗੁਰ ਸੇਵ ਨਿਸ਼ਚਾ ਮਾਰਗ ਦਸਿਆ ਸੱਚਾ ਸ਼ਬਦ ਵਿਚਾਰ ਕਾਲ ਵਧੋਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜੀਉ ਮਿਲੇ ਪਿਆਰਿਆ ਨਾਨਕ ਗੁਣ ਗਹਿਰਾਸ ਹਰ ਜੀਉ ਮਿਲੇ ਪਿਆਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਜੋ ਮਾਂਝ ਕੀ ਵਾਰ ਅੰਦਰ 23ਵੀਂ ਪੌੜੀ ਅਤੇ ਉਸ ਦੇ ਨਾਲ ਦਰਜ 2 ਸ਼ਲੋਕ ਜੋ 148 149 ਅੰਗ ਤੇ ਦਰਜ ਹੈ। ਇਸ ਸ਼ਬਦ ਦੀ ਵਿਚਾਰ ਅੱਜ ਆਪ ਜੀ ਸਰਵਣ ਕਰੋਗੇ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ 23 ਤਰੀਕ ਨੂੰ ਹੈ, ਜੋ ਹਰ ਸਾਲ ਦੀ ਤਰ੍ਹਾਂ ਬਹੁਤ ਸ਼ਰਧਾ ਸਤਿਕਾਰ ਦੇ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਅੰਦਰ ਮਨਾਇਆ ਜਾਵੇਗਾ। ਧੰਨ ਲਿਖਾਰੀ ਨਾਨਕਾ ਦੇ ਸਿਰਲੇਖ ਅਧੀਨ 27ਵਾਂ ਸਮਾਗਮ 27 ਤਰੀਕ ਸ਼ਾਮ ਨੂੰ 6:45 ਵਜੇ ਤੋਂ 10:15 ਵਜੇ ਤੱਕ ਹੋਵੇਗਾ। ਸ਼੍ਰੀ ਗੁਰੂ ਨਾਨਕ ਸਤਸੰਗ ਸਭਾ ਈਸਟ ਪੰਜਾਬੀ ਨਗਰ ਰੋਡ ਨੰਬਰ 33 ਤੇ ਇਲਾਕਾ ਨਿਵਾਸੀ ਸੰਗਤ ਨੂੰ ਬੇਨਤੀ ਹੈ, ਆਪ ਜੀ ਜ਼ਰੂਰ ਲਾਹਾ ਪ੍ਰਾਪਤ ਕਰੋ। ਅੰਮ੍ਰਿਤ ਸੰਚਾਰ ਅੱਜ 11 ਵਜੇ ਹੋਵੇਗਾ। ਕੇਸੀ ਇਸ਼ਨਾਨ ਕਰਕੇ ਪਹੁੰਚੋ, ਗੁਰੂ ਵਾਲੇ ਬਣੋ। ਘਰਾਂ ਦੇ ਵਿੱਚ ਪੰਜਾਬੀ ਬੋਲਿਆ ਕਰੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਲੱਗ ਸਕਣ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ 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 ਵਾਹਿਗੁਰੂ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਅਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਆਗਮ ਅਗੋਚਰ ਸਚ ਸਾਹਿਬ ਮੇਰਾ, ਨਾਨਕ ਬੋਲੇ ਬੋਲਾਇਆ ਤੇਰਾ। ਨਿਮਾਣਿਓ ਕੇ ਮਾਣ ਸਤਿਗੁਰੂ ਜੀ, ਨਿਤਾਣਿਓ ਕੇ ਤਾਣ ਸਤਿਗੁਰੂ ਜੀ, ਨੇ ਓਟਿਓ ਕੇ ਓਟ ਸਤਿਗੁਰੂ ਜੀ, ਨੇ ਆਸਰਿਓ ਕੇ ਆਸਰੇ ਸਤਿਗੁਰੂ ਜੀ, ਨੇ ਪੱਤਿਓ ਕੇ ਪਤ ਸਤਿਗੁਰੂ ਜੀ, ਨੇ ਗਤਿਓ ਕੇ ਗਤ ਸਤਿਗੁਰੂ ਜੀ, ਨੇ ਧਿਰਿਓ ਕੇ ਧਿਰ ਸਤਿਗੁਰੂ ਜੀ, ਨੇ ਲੱਜਿਓ ਕੇ ਲੱਜ ਸਤਿਗੁਰੂ ਜੀ, ਨੇ ਚੀਜ਼ਿਓ ਕੇ ਚੀਜ਼ ਸਤਿਗੁਰੂ ਜੀ, ਕਰੁਣਾ ਨਿਧਾਨ ਸਤਿਗੁਰੂ, ਪਤਿਤ ਪਾਵਨ ਸਤਿਗੁਰੂ, ਪ੍ਰਾਣ ਆਧਾਰਾ ਸਤਿਗੁਰੂ, ਭਗਤ ਵਸ਼ਲ ਸਤਿਗੁਰੂ, ਦੀਨ ਦਿਆਲ ਸਤਿਗੁਰੂ। ਧੰਨ 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 ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਸਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਪਰਮੇਸ਼ਵਰ ਸਰੂਪ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰਾਂ ਦੀਆਂ ਹਾਜ਼ਰੀਆਂ, ਦਰਸ਼ਨ ਦੀਦਾਰੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੇ ਹਨ। ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਗੁਰੂ ਮਹਾਰਾਜ ਸਾਰਿਆਂ ਨੂੰ ਪ੍ਰੇਰ ਕੇ ਲੈ ਕੇ ਆਏ, ਆਪਣੇ ਦਰਸ਼ਨ ਦੀਦਾਰੇ ਬਖਸ਼ ਰਹੇ ਨੇ। ਬਹੁਤ ਹੀ ਸਨਮਾਨਯੋਗ ਹੈਡ ਗ੍ਰੰਥੀ ਸਾਹਿਬ ਜੀ ਨੇ ਸਾਰਿਆਂ ਨੂੰ ਸ਼ਬਦ ਸ਼ਰਵਣ ਕਰਵਾਇਆ। ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਜੋ ਕੁਝ ਸਮੇਂ ਤੋਂ ਇਸ ਪਾਵਨ ਪਵਿੱਤਰ ਸਥਾਨ 'ਤੇ ਆਰੰਭ ਹੈ, ਉਹ ਮਾਝ ਦੀ ਵਾਰ ਤੱਕ ਪਹੁੰਚੀ ਹੈ। ਸਾਧ ਸੰਗਤ ਜੀ, ਅੱਜ ਦੇ ਸ਼ਬਦ ਮਾਝ ਰਾਗ ਦੇ ਵਿੱਚ, ਇਹ ਮਾਝ ਕੀ ਵਾਰ ਜਿਹੜਾ ਰਾਗ ਮਾਝ ਹੈ, ਇਹ ਗੁਰਮਤਿ ਸੰਗੀਤ ਵਿੱਚ ਹੀ ਪਾਇਆ ਜਾਂਦਾ ਹੈ। ਇਸ ਤੋਂ ਪਹਿਲੇ ਮਾਝ ਰਾਗ ਦਾ ਕੋਈ ਵਜੂਦ ਹਿੰਦੁਸਤਾਨੀ ਸੰਗੀਤ ਵਿੱਚ ਨਹੀਂ ਮਿਲਿਆ। ਗੁਰੂ ਸਾਹਿਬਾਨਾਂ ਨੇ ਹੀ ਇਹ ਰਾਗ ਉਚਾਰਨ ਕਰਕੇ, ਇਹ ਰਾਗ ਦੀ ਬਣਤਰ ਬਣਾ ਕੇ ਇਹਦੇ ਵਿੱਚ ਗੁਰਬਾਣੀ ਨੂੰ ਇਹਦੇ ਵਿੱਚ ਪਿਰੋਇਆ। ਇਹ ਮਾਝ ਦੀ ਵਾਰ ਵਿੱਚ ਤਕਰੀਬਨ 63 ਸ਼ਲੋਕ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ, ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ। ਸੋ ਆਓ ਅਗਲੇ ਕੁਝ ਸਮੇਂ ਵਾਸਤੇ ਯਤਨ ਕਰੀਏ ਗੁਰਬਾਣੀ ਦੇ ਵਿਚਾਰ ਪੜ੍ਹਨ ਦੀ, ਸਮਝਣ ਦੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਆ ਰਹੇ ਨੇ। ਗੁਰੂ ਮਹਾਰਾਜ ਮਿਹਰ ਕਰਨ, ਇਹ ਗੁਰਬਾਣੀ ਕਥਾ ਵਿਚਾਰ ਸਾਡੇ ਹਿਰਦਿਆਂ ਵਿੱਚ ਵਸੇ। ਗੁਰੂ ਮਹਾਰਾਜ ਦੇ ਜੀਵਨ ਦੇ ਵਿੱਚੋਂ ਕਿਣਕਾ ਮਾਤਰ ਸਾਡੇ ਹਿਰਦੇ ਵਿੱਚ ਵਸੇ, ਸਾਡੇ ਜੀਵਨ ਦਾ ਕਾਰਨ ਬਣੇ। ਉਹ ਸਿੱਖਿਆ, ਉਹ ਪਰਉਪਕਾਰ ਅਸੀਂ ਵੀ ਆਪਣੇ ਜੀਵਨ ਵਿੱਚ ਅਪਣਾ ਸਕੀਏ। ਸ਼ਲੋਕ ਮਹੱਲਾ ਪਹਿਲਾ। ਸਾਧ ਸੰਗਤ ਜੀ, ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ
ਸਾਰੀ ਗੁਰਬਾਣੀ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਅੱਖਰ ਵਰਤਿਆ ਗੁਰੂ ਸਾਹਿਬਾਨਾਂ ਨੇ। ਅੱਖਰੀ ਅਰਥ ਮਹਲ ਮਹੱਲਾ ਇਸਤਰੀ ਬਣਦਾ ਹੈ ਜੀ। ਗੁਰੂ ਮਹਾਰਾਜ ਬੇਅੰਤ ਨਿਮਰਤਾ ਦੇ ਘਰ ਦੇ ਵਿੱਚ ਆ ਕੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਆਪ ਨਾਰਾਇਣ ਸਰੂਪ ਨੇ, ਪਰਮੇਸ਼ਵਰ ਸਰੂਪ ਨੇ, ਅਕਾਲ ਪੁਰਖ ਵਾਹਿਗੁਰੂ ਸਰੂਪ ਨੇ, ਪਰ ਫਿਰ ਵੀ ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਰੱਖਦੇ ਹੋਏ ਗੁਰੂ ਮਹਾਰਾਜ ਆਪਣੇ ਆਪ ਨੂੰ ਪਰਮੇਸ਼ਵਰ ਦੀ ਇਸਤਰੀ ਮਹੱਲਾ ਅੱਖਰ ਵਰਤ ਰਹੇ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਮਹਲ ਸ਼ਲੋਕ ਮਹੱਲਾ ਪਹਿਲਾ, ਮਾਰੂ ਮੀਹ ਨਾ ਤ੍ਰਿਪਤਿਆ। ਸਾਧ ਸੰਗਤ ਜੀ, ਜਦੋਂ ਮੀਂਹ ਪੈਂਦਾ ਹੈ, ਬਹੁਤ ਤੇਜ਼ ਮੀਂਹ ਪੈਂਦਾ ਹੈ, ਹੋਰ ਤੇਜ਼ ਮੀਂਹ ਪੈਂਦਾ ਹੈ, ਮੀਂਹ ਪਈ ਜਾਂਦਾ, ਕਦੀ ਵੀ ਮੀਂਹ ਤ੍ਰਿਪਤਿਆ ਨਹੀਂ ਹੈਗਾ। ਮਹਾਰਾਜ ਗੁਰੂ ਮਹਾਰਾਜ ਐਗਜ਼ਾਮਪਲ ਦੇ ਕੇ ਸਮਝਾ ਰਹੇ ਨੇ ਦੁਨਿਆਵੀ ਤੌਰ 'ਤੇ ਕਿ ਜਦੋਂ ਮੀਂਹ ਪੈਂਦਾ ਹੈ, ਉਹ ਪੈਂਦੇ ਹੋਏ ਮੀਂਹ ਦੀ ਤ੍ਰਿਪਤੀ ਨਹੀਂ ਹੁੰਦੀ, ਉਹ ਹੋਰ ਪੈਂਦਾ ਆ, ਹੋਰ ਪੈਣ ਦਾ ਜੀਅ ਕਰਦਾ ਹੈ, ਬਦਲਾਂ ਦੀ ਕਦੀ ਤ੍ਰਿਪਤੀ ਨਹੀਂ ਹੁੰਦੀ। ਅੱਗੀ ਲਹੈ ਨਾ ਭੁੱਖ। ਅੱਗ ਦੀ ਜਿਹੜੀ ਭੁੱਖ ਹੈਗੀ ਆ, ਜਦੋਂ ਅੱਗ ਲਗਾਈ ਜਾਂਦੀ ਹੈ ਅਤੇ ਜਿੰਨਾ ਮਰਜ਼ੀ ਲੱਕੜ ਪਾਈ ਜਾਓ, ਅੱਗ ਦੀ ਭੁੱਖ ਨਹੀਂ ਮਿਟਦੀ। ਕਹਿਣ ਦਾ ਭਾਵ ਹੈਗਾ ਆ ਕਿ ਕਿੰਨੀ ਕੁ ਭੁੱਖ ਹੈਗੀ ਆ ਕਿਸੇ ਨੂੰ ਨਹੀਂ ਪਤਾ। ਜਿੰਨੀ ਲੱਕੜ ਪਾਈ ਜਾਓਗੇ ਉਨੀ ਅੱਗ ਵੱਧਦੀ ਜਾਏਗੀ, ਉਨੀ ਦੇਰ ਤੱਕ ਅੱਗ ਬਲਦੀ ਜਾਏਗੀ। ਇਹੋ ਜਿਹਾ ਸਮਾਂ ਨਹੀਂ ਆਉਂਦਾ ਕਿ ਜਦੋਂ ਅੱਗ ਬਲ ਰਹੀ ਹੈ ਔਰ ਉਹਦੇ ਵਿੱਚ ਲੱਕੜ ਪਾਈ ਜਾਓ ਔਰ ਅੱਗ ਬੁਝ ਜਾਵੇ, ਕਿਉਂਕਿ ਅੱਗ ਦੀ ਭੁੱਖ ਬਹੁਤ ਵੱਡੀ ਗੁਰੂ ਮਹਾਰਾਜ ਬਿਆਨ ਕਰ ਰਹੇ ਨੇ। ਰਾਜਾ ਰਾਜ ਨਾ ਤ੍ਰਿਪਤਿਆ। ਰਾਜੇ ਮਹਾਰਾਜਿਆਂ ਦਾ ਦੁਨੀਆ ਦੇ ਵਿੱਚ ਬੇਅੰਤ ਰਾਜੇ ਹੋਏ, ਹੁਣ ਵੀ ਹੈਗੇ, ਇਹਨਾਂ ਦੀ ਭੁੱਖ ਕਦੀ ਨਹੀਂ ਮਿਟਦੀ। ਇੱਕ ਜਗ੍ਹਾ ਕਬਜ਼ਾ ਕਰ ਲਿਆ, ਦੂਸਰੀ ਜਗ੍ਹਾ, ਤੀਸਰੀ ਜਗ੍ਹਾ, ਚੌਥੀ ਜਗ੍ਹਾ, ਇਹਨਾਂ ਦੀ ਭੁੱਖ ਕਦੀ ਨਹੀਂ ਮਿਟਦੀ। ਗੁਰੂ ਮਹਾਰਾਜ ਦੁਨਿਆਵੀ ਐਗਜ਼ਾਮਪਲ ਦੇ ਕੇ ਸਮਝਾ ਰਹੇ ਨੇ। ਸਾਇਰ ਭਰੇ ਕਿ ਸੁੱਕ। ਮਹਾਰਾਜ ਕਹਿ ਰਹੇ ਨੇ ਸਮੁੰਦਰਾਂ ਦਾ ਜਿਹੜਾ ਪਾਣੀ ਹੈ, ਬਾਰ-ਬਾਰ ਲਹਿਰਾਂ ਆਉਂਦੀਆਂ ਆ, ਬਾਰ-ਬਾਰ ਚਲੀਆਂ ਜਾਂਦੀਆਂ ਆ, ਕਦੀ ਨਹੀਂ ਸੁੱਕਦਾ, ਕਦੀ ਵੀ ਭੁੱਖ ਨਹੀਂ ਮਿਟਦੀ। ਇੱਦਾਂ ਲੱਗਦਾ ਕਿ ਹਮੇਸ਼ਾ ਭੁੱਖਾ ਰਹਿੰਦਾ ਆ। ਜਦੋਂ ਲਹਿਰਾਂ ਸਮੁੰਦਰ ਦੀਆਂ ਤੱਟ 'ਤੇ ਆਉਂਦੀਆਂ, ਫਿਰ ਵਾਪਸ ਚਲੀਆਂ ਜਾਂਦੀਆਂ, ਫਿਰ ਆਉਂਦੀਆਂ, ਫਿਰ ਵਾਪਸ ਚਲੀਆਂ ਜਾਂਦੀਆਂ। ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ। ਹੁਣ ਮਹਾਰਾਜ ਤੱਤ ਦੀ ਗੱਲ 'ਤੇ ਆ ਰਹੇ ਨੇ ਕਿ ਜਿਸ ਤਰ੍ਹਾਂ ਉੱਪਰਲੇ ਐਗਜ਼ਾਮਪਲ ਦਿੱਤੇ ਨੇ, ਜਿਸ ਤਰ੍ਹਾਂ ਮੀਂਹ ਬਹੁਤ ਪੈਂਦਾ ਹੈ, ਕਦੀ ਰੁਕਣ ਵਾਲਾ ਮਹਿਸੂਸ ਨਹੀਂ ਹੁੰਦਾ। ਅੱਗ ਦੇ ਵਿੱਚ ਜਿੰਨੀ ਮਰਜ਼ੀ ਲੱਕੜ ਪਾਈ ਜਾਓ, ਕਦੀ ਭੁੱਖ ਨਹੀਂ ਮਿਟਦੀ। ਰਾਜੇ ਮਹਾਰਾਜਿਆਂ ਦਾ ਲਾਲਚ, ਭੁੱਖ ਕਦੀ ਨਹੀਂ ਮਿਟਦੀ। ਸਮੁੰਦਰ ਦੀ ਭੁੱਖ ਕਦੀ ਨਹੀਂ ਮਿਟਦੀ। ਇਸੀ ਤਰ੍ਹਾਂ ਮਹਾਰਾਜ ਕਹਿ ਰਹੇ ਨੇ ਕਿ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ। ਜਿਹੜੇ ਨਾਮ ਜਪਣ ਵਾਲਿਆਂ ਦੀ ਭੁੱਖ ਹੈ ਨਾ ਸਾਧ ਸੰਗਤ ਜੀ, ਉਹ ਵੀ ਕੋਈ ਨਹੀਂ ਜਾਣ ਸਕਦਾ ਕਿਹੜੇ ਰੰਗ ਦੇ ਵਿੱਚ ਰੱਤੇ ਹੋਏ ਨੇ, ਕਿਹੜੇ ਰੰਗ ਦੇ ਵਿੱਚ ਰੱਤੇ ਹੋਏ। ਅੰਮ੍ਰਿਤ ਵੇਲੇ ਤੋਂ ਉੱਠ ਕੇ ਸਾਰਾ ਦਿਨ ਵਾਹਿਗੁਰੂ 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 ਕੰਮ ਕਾਜ ਕਰਦੇ ਹਾਂ, ਸਕੂਲ ਕਾਲਜ ਜਾਂਦੇ ਹਾਂ, ਪੜ੍ਹਾਈ ਕਰਦੇ ਹਾਂ, ਗੱਡੀ ਚਲਾਉਂਦੇ ਹਾਂ, ਇਸ਼ਨਾਨ ਕਰਦੇ ਹਾਂ, ਪ੍ਰਸ਼ਾਦਾ ਛਕਦੇ ਹਾਂ, ਪ੍ਰਸ਼ਾਦਾ ਬਣਾਉਂਦੇ ਹਾਂ, ਵਾਹਿਗੁਰੂ 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 ਵਾਹਿਗੁਰੂ। ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗੀ ਆ, ਉਹਨਾਂ ਦੀ ਭੁੱਖ ਕਦੀ ਨਹੀਂ ਮਿਟਦੀ, ਕਦੀ ਵੀ ਤ੍ਰਿਪਤ ਨਹੀਂ ਹੁੰਦੇ। ਹੋਰ ਤੇ ਹੋਰ, ਹੋਰ ਤੇ ਹੋਰ। ਇੱਥੇ ਬਹੁਤ ਬਜ਼ੁਰਗ ਸਜੇ ਹੋਣੇ ਨੇ, ਸਾਡੇ ਸਨਮਾਨਯੋਗ ਹੈਡ ਗ੍ਰੰਥੀ ਸਾਹਿਬ ਜੀ ਵੀ। ਕਿੰਨੇ ਹੀ ਸਾਲ ਹੋ ਗਏ ਇਹਨਾਂ ਦੇ ਦਰਸ਼ਨ ਇਸ ਅਸਥਾਨ 'ਤੇ ਕਰਦੇ ਹੋਏ, ਪਰ ਕੋਈ ਪੁੱਛੇ ਇਹਨਾਂ ਦੀ ਭੁੱਖ ਮਿਟੀ? ਸਾਰਾ ਦਿਨ ਗੁਰਬਾਣੀ ਦੇ ਨਾਲ ਜੁੜਨਾ, ਸਾਰਾ ਦਿਨ ਪ੍ਰਚਾਰ ਕਰਨਾ। ਇੱਥੇ ਜਦੋਂ ਸੇਵਾ 'ਚ ਨਿਭਾਉਂਦੇ ਨੇ, ਇੱਥੋਂ ਬਾਹਰ ਜਾ ਕੇ ਵੀ ਸੇਵਾ ਕਰਦੇ ਨੇ। ਚਾਰੋਂ ਦਿਨ ਚਾਰੋਂ ਪਾਸੇ
24 ਘੰਟੇ ਗੁਰਬਾਣੀ ਦੇ ਆਲੇ ਦੁਆਲੇ ਪਰ ਭੁੱਖ ਮਿੱਟੀ ਨਹੀਂ। ਇਹ ਗੁਰਮੁਖਾਂ ਦੀ ਨਿਸ਼ਾਨੀ ਸਾਧ ਸੰਗਤ ਜੀ। ਕਿੰਨੇ ਹੀ ਸੱਜਣ ਜਪਜੀ ਸਾਹਿਬ ਦਾ ਪਾਠ ਕਿੰਨੇ ਹੀ ਸਾਲਾਂ ਤੋਂ ਕਰ ਰਹੇ ਨੇ, ਸੁਖਮਨੀ ਸਾਹਿਬ ਦੇ ਪਾਠ ਕਰ ਰਹੇ ਨੇ, ਮੂਲ ਮੰਤਰ ਦਾ ਜਾਪ ਕਰ ਰਹੇ ਨੇ। ਕਿ ਭੁੱਖ ਮਿੱਟੀ ਕਿਦਾਂ ਲੱਗਿਆ ਕਿ ਹੁਣ ਚਲੋ ਹੋ ਗਿਆ, ਬਸ ਬਹੁਤ ਹੈ, ਹੁਣ ਸਾਰੀ ਜ਼ਿੰਦਗੀ ਦਾ ਕੋਟਾ ਹੋ ਗਿਆ, ਹੁਣ ਹੋਰ ਨਹੀਂ ਕਰਨਾ ਨਾ। ਇਹ ਨਾਮ ਦੀ ਸ਼ਕਤੀ ਹੈ ਸਾਧ ਸੰਗਤ ਜੀ। ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ। ਇਹ ਉਹ ਭੁੱਖ ਹੈ ਜੋ ਰੋਜ਼ ਨਿਤ ਨਵੀਂ ਚੜ੍ਹ ਜਾਂਦੀ ਹੈ। ਇਹ ਉਹ ਖੁਮਾਰੀ ਹੈ, ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਇਹ ਉਹ ਖੁਮਾਰੀ ਹੈ ਜੋ ਚੜ੍ਹਦੀ ਹੈ, ਉਤਰਦੀ ਨਹੀਂ ਹੈ। ਉਹ ਚੜ੍ਹਦੀ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਹੈ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੈ। ਅੱਗੇ ਮਹਾਰਾਜ ਪੰਕਤੀਆਂ ਲੈ ਕੇ ਆਉਣਗੇ। ਮਹੱਲਾ ਦੂਜਾ। ਨਿਹਫਲੰ ਤਸ ਜਨਮਸ ਜਾਵਤ ਬ੍ਰਹਮ ਨ ਬਿੰਦਤੇ। ਬਿਲਕੁਲ ਕਲੀਅਰ ਸ਼ਬਦਾਂ ਦੇ ਵਿੱਚ ਗੁਰੂ ਮਹਾਰਾਜ ਬਿਆਨ ਕਰ ਰਹੇ ਨੇ, ਇਹ ਜਨਮ ਬੇਅਰਥ ਹੈ, ਇਹ ਜਨਮ ਕਿਸੇ ਕੰਮ ਦਾ ਨਹੀਂ ਜੇ ਅਸੀਂ ਗੁਰਬਾਣੀ ਦੇ ਨਾਲ, ਨਾਮ ਦੇ ਨਾਲ ਨਹੀਂ ਜੁੜਦੇ। ਬ੍ਰਹਮ ਨਾ ਬਿੰਦਤੇ, ਬਿਲਕੁਲ ਵਿਅਰਥ ਹੋ ਜਾਂਦਾ ਹੈ ਜੀਵਨ ਜਦੋਂ ਅਸੀਂ ਪਰਮੇਸ਼ਵਰ ਦੇ ਭਾਣੇ ਦੇ ਵਿੱਚ ਆ ਕੇ ਉਹਦੇ ਜਨ ਨਾਲ ਜੁੜਨ ਦਾ ਯਤਨ ਨਹੀਂ ਕਰਦੇ, ਉਹਦੇ ਸ਼ੁਕਰਾਨੇ ਵਿੱਚ ਨਹੀਂ ਰਹਿੰਦੇ। ਸਾਧ ਸੰਗਤ ਜੀ, ਸਾਡੇ ਵੱਸ ਵਿੱਚ ਹੈ ਵੀ ਕੀ? ਵਾਟ ਕੈਨ ਵੀ ਡੂ? ਅਸੀਂ ਕਰ ਵੀ ਕੀ ਸਕਦੇ ਹਾਂ? ਸਾਰਾ ਜ਼ੋਰ, ਸਾਰੀ ਤਾਕਤ, ਸਾਰਾ ਜਸ, ਸਾਰੇ ਪਦਾਰਥ, ਸਭ ਦੇ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਝੋਲੀ ਦੇ ਵਿੱਚ, ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਝੋਲੀਆਂ ਦੇ ਵਿੱਚ। ਜੇ ਜਿੱਥੇ ਪਤਾ ਹੈ ਕਿ ਸਾਡੀ ਚੱਲਣੀ ਨਹੀਂ ਹੈਗੀ ਤੇ ਉੱਥੇ ਫਿਰ ਨਾਨਕ ਗਰੀਬ ਢਹਿ ਪਿਆ ਦੁਆਰੇ, ਉੱਥੇ ਢਹਿਣਾ ਹੀ ਚੰਗਾ। ਜਿੱਥੇ ਨਾ ਚਲਦੀ ਹੋਵੇ ਉੱਥੇ ਢਹਿਣਾ ਹੀ ਚੰਗਾ। ਸਾਗਰੰ ਸੰਸਾਰ ਸੇ ਗੁਰ ਪ੍ਰਸਾਦੀ ਤਰਹਿ ਕੇ। ਪਹਿਲੀ ਪੰਕਤੀ ਵਿੱਚ ਮਹਾਰਾਜ ਕਹਿ ਰਹੇ ਨੇ ਕਿ ਬਿਨਾਂ ਨਾਮ ਤੋਂ, ਬਿਨਾਂ ਸੇਵਾ ਤੋਂ, ਬਿਨਾਂ ਬਾਣੀ ਤੋਂ ਜੀਵਨ ਵਿਅਰਥ ਹੈ। ਫਿਰ ਮਹਾਰਾਜ ਕੀ ਕਰੀਏ? ਮਹਾਰਾਜ ਕਹਿੰਦੇ ਨੇ ਭਵ ਸਾਗਰ ਨੂੰ ਤਾਰ ਲੰਘਣਾ ਆ। ਜੇ ਇਸ ਭਵ ਸਾਗਰ ਤੋਂ ਪਾਰ ਲੰਘਣਾ ਹੈ, ਜੇ ਆਪਣੇ ਕਾਮ ਦੇ ਉੱਪਰ ਕੰਟਰੋਲ ਕਰਨਾ ਹੈ, ਜੇ ਆਪਣੇ ਕ੍ਰੋਧ ਦੇ ਉੱਪਰ ਕੰਟਰੋਲ ਕਰਨਾ ਹੈ, ਜੇ ਆਪਣੇ ਗੁੱਸੇ ਨੂੰ ਸੰਭਾਲਣਾ ਹੈ, ਜੇ ਆਪਣੀ ਨਿੰਦਿਆ ਚੁਗਲੀ ਤੋਂ ਆਪਣੇ ਆਪ ਨੂੰ ਬਚਾਉਣਾ ਹੈ, ਜੇ ਲਾਲਚ ਤੋਂ ਬਚਾਉਣਾ ਹੈ। ਜੇਬਾਂ ਭਰੀਆਂ ਹੋਈਆਂ ਫਿਰ ਵੀ ਲਾਲਚ ਲਾਲਚ ਲਾਲਚ, ਜਿੱਦਾਂ ਮਹਾਰਾਜ ਨੇ ਉੱਪਰ ਪੰਕਤੀਆਂ ਵਿੱਚ ਕਿਹਾ, ਭੁੱਖ ਮਿਟਦੀ ਨਹੀਂ ਹੈਗੀ। ਜੇ ਇਸ ਭਵ ਸਾਗਰ ਤੋਂ ਤਰਨਾ ਹੈ, ਗੁਰ ਪ੍ਰਸਾਦੀ ਤਰਹਿ ਕੇ, ਗੁਰੂ ਦੀ ਕਿਰਪਾ ਦੇ ਨਾਲ ਹੀ ਤਰਿਆ ਜਾ ਸਕਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਹੀ ਗਿਆਨ ਪ੍ਰਾਪਤ ਕਰਕੇ ਪਰਮੇਸ਼ਵਰ ਦੇ ਭਾਣੇ ਦੇ ਵਿੱਚ ਆ ਕੇ ਸ਼ੁਕਰਾਨੇ ਵਿੱਚ ਰਿਹਾ ਜਾ ਸਕਦਾ ਹੈ। ਸਾਧ ਸੰਗਤ ਜੀ, ਇਹ ਪਹਿਲੇ ਹੀ ਬੇਨਤੀ ਕੀਤੀ ਹੈ, ਜੇ ਤੇ ਸਾਡੇ ਵੱਸ ਦੇ ਵਿੱਚ ਕੁਝ ਹੋਵੇ ਤੇ ਫਿਰ ਤੇ ਬੰਦਾ ਜਿੰਨੇ ਮਰਜ਼ੀ ਬਟਨ ਦਬਾ ਕੇ ਕੰਟਰੋਲ ਕਰ ਲਵੇ ਆਪਣੇ ਫਿਊਚਰ ਨੂੰ, ਆਪਣੇ ਪਾਸਟ ਨੂੰ, ਆਪਣੇ ਪ੍ਰੈਜ਼ੈਂਟ ਨੂੰ। ਜਦੋਂ ਸਾਡੇ ਕੰਟਰੋਲ ਦੇ ਵਿੱਚ ਹੈ ਹੀ ਨਹੀਂ ਕੁਛ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਜਦੋਂ ਹੁਕਮ ਤੋਂ ਬਾਹਰ ਕੁਛ ਹੋ ਹੀ ਨਹੀਂ ਰਿਹਾ ਤੇ ਅਸੀਂ ਕਰੋਗੇ ਵੀ ਕੀ? ਇਹੀ ਗਿਆਨ, ਇਹੀ ਸਮਝ ਆਪਣੇ ਮਨ ਨੂੰ ਦੇਣ ਵਾਸਤੇ ਗੁਰਦੁਆਰੇ ਆਈਦਾ ਆ। ਗੁਰਦੁਆਰੇ ਆ ਕੇ ਸੋਝੀ ਲਈਦੀ ਹੈ, ਸੁਮਤ ਲਈਦੀ ਹੈ, ਸ਼ੁਭ ਬੁੱਧੀ ਲਈਦੀ ਹੈ। ਔਰ ਉਹ ਸ਼ੁਭ ਬੁੱਧੀ ਲੈ ਕੇ, ਸਮਝ ਲੈ ਕੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਮੂਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਜ ਕੱਲ੍ਹ ਸਾਧ ਸੰਗਤ ਜੀ, ਕਿੰਨੀਆਂ ਹੀ ਸੰਗਤਾਂ ਨੂੰ ਕੋਈ ਕਹਿੰਦਾ ਡਿਪਰੈਸ਼ਨ ਹੈ, ਕੋਈ ਕਹਿੰਦਾ ਐਨਜ਼ਾਈਟੀ ਹੈ, ਕੋਈ ਕਹਿੰਦਾ ਪਰੇਸ਼ਾਨੀ ਹੈ, ਦਿਮਾਗ ਬਹੁਤ ਸੋਚਦਾ ਹੈ, ਚੁੱਪ ਨਹੀਂ ਕਰਦਾ।
ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਪਜੀ ਸਾਹਿਬ ਦੀ ਗੁਰਬਾਣੀ ਦੇ ਵਿੱਚ ਹੀ ਮਹਾਰਾਜ ਕਹਿ ਗਏ ਨੇ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ। ਮਹਾਰਾਜ ਤੇ ਪਹਿਲੀ ਪੰਕਤੀ ਵਿੱਚ ਹੀ ਕਹਿ ਰਹੇ ਨੇ ਕਿ ਸੋਚਣਾ ਹੈ ਹੀ ਨਹੀਂ। ਸਿੱਖੋ, ਆਪਣਾ ਕੰਮ ਸੋਚਣਾ ਹੈ ਹੀ ਨਹੀਂ। ਸੋਚਣ ਦਾ ਕੰਮ ਗੁਰੂ ਮਹਾਰਾਜ ਦਾ। ਜੇ ਅਸੀਂ ਸੋਚਣਾ ਸ਼ੁਰੂ ਕਰ ਦੂੰਗੇ ਦੈਨ ਵੀ ਮਾਈਟ ਬਿਕਮ ਦ ਓਨਰ ਆਫ ਦ ਡੈਸਟੀਨੀ। ਅਸੀਂ ਫਿਰ ਆਪਣੀ ਫਿਊਚਰ, ਆਪਣੀ ਡੈਸਟੀਨੀ ਆਪ ਲਿਖਣੀ ਸ਼ੁਰੂ ਕਰ ਦੂੰਗੇ। ਉਹ ਸਾਡੇ ਕੋਲ ਉਹ ਗਿਆਨ ਕਿੱਥੋਂ ਆਏਗਾ? ਉਹ ਗਿਆਨ ਕਿੱਥੋਂ ਆਏਗਾ ਜੋ ਗਿਆਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ। ਸਾਧ ਸੰਗਤ ਜੀ, ਗੁਰੂ ਮਹਾਰਾਜ ਕਹਿ ਰਹੇ ਨੇ, ਸਹਸ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੈ ਨਾਲ। ਜਿੰਨੀਆਂ ਮਰਜ਼ੀਆਂ ਚਤੁਰਾਈਆਂ ਕਰ ਲਈਏ, ਕੋਈ ਕਿਸੇ ਦੀ ਚਤੁਰਾਈ ਕਰਕੇ ਕਿਸੇ ਦਾ ਨੁਕਸਾਨ ਕਰਨਾ ਚਾਹੁੰਦਾ, ਕੋਈ ਚਤੁਰਾਈ ਕਰਕੇ ਚੰਗੇ ਨੰਬਰ ਲੈਣਾ ਚਾਹੁੰਦਾ, ਪੇਪਰ ਲੀਕ ਆਊਟ ਕਰ ਲੈਂਦੇ ਨੇ, ਕੋਈ ਚਤੁਰਾਈ ਕਰਕੇ ਨੁਕਸਾਨ ਕਰ ਦਿੰਦਾ, ਝੂਠੇ ਸਾਈਨ ਕਰਕੇ, ਕੋਈ ਹੋਰ। ਪਰ ਮਹਾਰਾਜ ਕਹਿੰਦੇ ਇੱਕ ਵੀ ਨਾਲ ਨਹੀਂ ਜਾਣੀ। ਜਿੰਨੀਆਂ ਮਰਜ਼ੀਆਂ ਧਨ ਦੌਲਤਾਂ ਇਕੱਠੀਆਂ ਕਰ ਲਈਆਂ ਚਤੁਰਾਈਆਂ ਕਰਕੇ, ਇੱਥੇ ਹੀ ਰਹਿ ਜਾਣਾ ਸਾਰਾ ਕੁਝ। ਔਰ ਕਈ ਲੋਕੀ ਜਿਹੜੇ ਡਾਊਟ ਕਰਦੇ ਸੀਗੇ, ਖਾਸ ਤੌਰ 'ਤੇ ਵੈਸਟਰਨ ਵਰਲਡ ਦੇ ਵਿੱਚ, ਇੰਗਲੈਂਡ ਵਰਗੇ ਮੁਲਕਾਂ ਦੇ ਵਿੱਚ, ਕੈਨੇਡਾ ਵਰਗੇ ਮੁਲਕਾਂ ਦੇ ਵਿੱਚ, ਉਹਨਾਂ ਨੂੰ ਮਹਾਰਾਜ ਨੇ ਸਾਖਸ਼ਾਤਕਾਰ ਕੋਵਿਡ ਦੇ ਵਿੱਚ ਸ਼ੋਅ ਕਰਤਾ ਕਿ ਮਹਾਰਾਜ ਦੀ ਪਾਵਰ ਕੀ ਹੈ ਅਤੇ ਸਾਡੇ ਵਰਗਿਆਂ ਦੀ ਪਾਵਰ ਕੀ ਹੈ। 55 ਲੱਖ ਬੰਦਾ ਮਾਰਤਾ ਕੋਵਿਡ ਨੇ। ਨਾ ਕਿਸੇ ਨੇ ਦੇਖਿਆ, ਨਾ ਕਿਸੇ ਨੇ ਸੁਣਿਆ, ਨਾ ਕਿਸੇ ਨੇ ਮਹਿਸੂਸ ਕੀਤਾ। ਬਸ ਉਹ ਆਇਆ ਅਤੇ ਭੂਚਾਲ ਵਾਂਗੂ ਲੈ ਗਿਆ। ਸਾਡਾ ਵਸ ਚੱਲਿਆ, ਕਿਸੇ ਦਾ ਵਸ ਨਹੀਂ ਚੱਲਿਆ। ਇੱਥੋਂ ਤੱਕ ਕਿ ਅਸੀਂ ਗੁਰਮਰਿਆਦਾ ਦੇ ਅਨੁਸਾਰ ਅੰਤਿਮ ਸੰਸਕਾਰ ਦੀ ਕਿਰਿਆਵਾਂ ਵੀ ਕਈ ਥਾਵਾਂ 'ਤੇ ਨਹੀਂ ਕਰ ਸਕੇ। ਤੋ ਸਾਧ ਸੰਗਤ ਜੀ, ਇੱਕੋ ਇੱਕ ਰਸਤਾ ਹੈਗਾ ਆ ਇਸ ਭਵ ਸਾਗਰ ਨੂੰ ਪਾਰ ਲੰਘਣ ਦਾ, ਇਸ ਭਵ ਸਾਗਰ ਦੇ ਕਿਨਾਰੇ ਜਾਣ ਦਾ। ਉਹ ਹੈਗਾ ਗੁਰਬਾਣੀ ਦਾ ਬੋਹਿਤ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ। ਗੁਰੂ ਅਮਰਦਾਸ ਜੀ ਮਹਾਰਾਜ ਤਖਤਾਂ 'ਤੇ ਸਜੇ ਹੋਏ ਨੇ। ਗੁਰੂ ਅਮਰਦਾਸ ਜੀ ਮਹਾਰਾਜ ਤਖਤਾਂ 'ਤੇ ਸਜੇ ਹੋਏ ਨੇ ਅਤੇ ਬਾਲ ਅਵਸਥਾ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਅਮਰਦਾਸ ਜੀ ਮਹਾਰਾਜ ਵੱਲ ਆ ਰਹੇ ਨੇ, ਤਖਤ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਨੇ। ਬਾਲ ਅਵਸਥਾ ਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਜਿਸ ਤਰ੍ਹਾਂ ਛੋਟੇ ਬੱਚੇ ਨੂੰ ਪਿਆਰ ਦੇਈਦਾ ਹੈ, ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੀ ਗੋਦ ਵਿੱਚ ਬਿਰਾਜਮਾਨ ਕਰਾਇਆ ਔਰ ਵਰ ਦਿੱਤਾ ਉੱਥੇ ਹੀ ਕਿ ਦੋਹੇ ਥਾ ਬਾਣੀ ਕਾ ਬੋਹੇ ਥਾ। ਗੁਰੂ ਮਹਾਰਾਜ ਤਖਤ 'ਤੇ ਚੜ੍ਹ ਰਹੇ ਸੀ, ਬਹਿਣ ਦੀ ਕੋਸ਼ਿਸ਼ ਕਰ ਰਹੇ ਸੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਮੋਹਰਾਂ ਲਾਈਆਂ ਕਿ ਇਹ ਬਣਨਗੇ ਬਾਣੀ ਦੇ ਬੋਹਿਤ। ਬੋਹਿਤ ਦਾ ਮੀਨਿੰਗ ਹੁੰਦਾ ਸਾਧ ਸੰਗਤ ਜੀ ਸ਼ਿਪ, ਕਿਸ਼ਤੀ। ਇਹ ਬਣਨਗੇ ਬਾਣੀ ਦੀ ਕਿਸ਼ਤੀ ਜਿਹਦੇ ਵਿੱਚ ਸਾਰੀ ਸੰਗਤਾਂ ਸਵਾਰੀ ਕਰਕੇ ਅਤੇ ਇਸ ਭਵ ਸਾਗਰ ਤੋਂ ਪਾਰ ਲੰਘਣਗੀਆਂ। ਸੋ ਸਾਗਰੰ ਸੰਸਾਰ ਸੇ ਗੁਰ ਪ੍ਰਸਾਦੀ ਤਰਹਿ ਕੇ। ਗੁਰੂ ਦੀ ਕਿਰਪਾ ਦੇ ਨਾਲ ਇਹ ਬਾਣੀ ਦੇ ਬੋਹਿਤ ਵਿੱਚ ਸਵਾਰੀ ਕਰਕੇ ਇਸ ਭਵ ਸਾਗਰ ਤੋਂ ਪਾਰ ਲੰਘਿਆ ਜਾਂਦਾ ਹੈ। ਬਾਣੀ ਤੋਂ ਇਲਾਵਾ ਹੋਰ ਕਹਿ ਵੀ ਕੀ ਸਾਡੇ ਕੋਲ ਸਾਧ ਸੰਗਤ ਜੀ। ਕਿਸ ਹੀ ਕੋਈ ਕੋਇ ਮੰਝ ਨਿਮਾਣੀ ਇੱਕ ਤੂੰ। ਮਹਾਰਾਜ ਕਹਿੰਦੇ ਕਿਸੇ ਕੋਲ ਕੋਈ ਹੋਏਗਾ, ਕਿਸੇ ਕੋਲ ਕੋਈ ਹੋਏਗਾ, ਸਾਡੇ ਕੋਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਹੈ, ਹੋਰ ਸਾਡੇ ਕੋਲ ਕੁਛ ਨਹੀਂ। ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ। ਗੁਰੂ ਮਹਾਰਾਜ ਅਗਲੀ ਪੰਕਤੀ ਵਿੱਚ ਕਹਿ ਰਹੇ ਨੇ ਕਿ ਡੂੰਘਾ ਵਿਚਾਰ ਕਰਕੇ ਬਚਨ ਕਰਦੇ ਆ ਕਿ ਜੋ ਕਰਨ ਕਾਰਨ ਸਮਰੱਥ ਹੈ ਉਹੀ ਹੈ ਪਰਿਪੂਰਨ ਪਰਮੇਸ਼ਵਰ। ਵਿਚਾਰ ਕਰਕੇ ਮਹਾਰਾਜ ਦੱਸ ਰਹੇ ਨੇ ਕਿ ਉਸ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਕਰੀਏ ਜੋ ਸਾਰੇ
ਕਾਇਨਾਤ ਦਾ ਕਰਤਾ ਹੈ, ਜੋ ਸਰਬ ਕਲਾ ਸਮਰੱਥ ਹੈ, ਜਿਹਦੇ ਵਾਸਤੇ ਕੋਈ ਵੀ ਗੱਲ ਅਚਰਜ ਨਹੀਂ। ਸਾਧ ਸੰਗਤ ਜੀ, ਗੁਰਮਤਿ ਦੀ ਰਾਹ 'ਤੇ, ਅਧਿਆਤਮ ਦੀ ਰਾਹ 'ਤੇ, ਜਿਹੜੇ ਅਧਿਆਤਮ ਦੇ ਮਾਰਗ ਦੇ ਪਾਂਧੀ ਨੇ, ਜੋ ਇਸ ਮਾਰਗ 'ਤੇ ਚੱਲਣਾ ਚਾਹੁੰਦੇ ਨੇ, ਜੋ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਰਨਾ ਚਾਹੁੰਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਇਕਮਿਕ ਹੋਣਾ ਚਾਹੁੰਦੇ ਨੇ, 24 ਘੰਟੇ ਵਾਹਿਗੁਰੂ 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 ਦਾ ਜਾਪ ਕਰਨ ਦੇ ਵਿੱਚ ਆਪਣੇ ਆਪ ਦੀ ਖੁਸ਼ੀ ਮਹਿਸੂਸ ਕਰਦੇ ਨੇ, ਉਹਨਾਂ ਦੀਆਂ ਅਵਸਥਾਵਾਂ ਦੀ ਕੋਈ ਗਿਣਤੀ, ਕੋਈ ਮਿਣਤੀ ਨਹੀਂ। ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਸਮਰੱਥ ਇਹੋ ਜਿਹੇ ਨੇ, ਜਿਉਂਦਿਆਂ ਨੂੰ ਮਾਰ ਕੇ ਜਿਵਾ ਲੈਂਦੇ ਨੇ। ਸਤਿਗੁਰ ਮੇਰਾ ਮਾਰ ਜੀ ਵਾਲੇ, ਮੋਇਆ ਹੋਇਆਂ ਨੂੰ ਮਹਾਰਾਜ ਜਿੰਦਾ ਕਰ ਦਿੰਦੇ ਨੇ। ਆਖਰੀ ਅਰਥ ਫੜੀਏ ਤੇ ਆਖਰੀ ਅਰਥ ਇਹੀ ਕਹਿੰਦੇ ਨੇ ਕਿ ਜਿਹੜਾ ਇਨਸਾਨ ਮਰਿਆ ਹੋਇਆ ਉਹਨੂੰ ਗੁਰਬਾਣੀ ਜੀਵਿਤ ਕਰ ਦਿੰਦੀ ਹੈ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਵਿਤ ਕਰ ਦਿੰਦੇ ਨੇ। ਡੂੰਘੇ ਗਹਿਰਾਈ ਅਰਥਾਂ ਵਿੱਚ ਜਾਈਏ ਤੇ ਸਤਿਗੁਰੂ ਜਿਨ੍ਹਾਂ ਦੇ ਜ਼ਮੀਰ ਮਰੇ ਹੋਏ ਨੇ, ਜਿਨ੍ਹਾਂ ਦੀ ਆਤਮਾਵਾਂ ਮਰੀਆਂ ਹੋਈਆਂ, ਜਿਹੜੇ ਮਾਇਆ ਦੇ ਭਾਰ ਥੱਲੇ ਇੰਨੇ ਦਬ ਚੁੱਕੇ ਨੇ ਕਿ ਉਹਨਾਂ ਨੂੰ ਆਪਣੀ ਮਨੁੱਖਾ ਦੇਹੀ ਦੀ ਵੀ ਕਦਰ ਨਹੀਂ ਰਹਿ ਗਈ। ਕਰਪਸ਼ਨ ਦੇ ਨਾਲ ਝੂਠ ਬੋਲ ਬੋਲ ਕੇ ਉਹਨਾਂ ਨੂੰ ਕੋਈ ਕਦਰ ਨਹੀਂ ਰਹਿ ਗਈ। ਮਹਾਰਾਜ ਉਹਨਾਂ ਮੋਇਆਂ ਨੂੰ ਵੀ ਜੀਵਿਤ ਕਰ ਦਿੰਦੇ ਨੇ। ਜਿਨ੍ਹਾਂ ਦੇ ਮਨ, ਜਿਨ੍ਹਾਂ ਦੇ ਹਿਰਦੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੇ ਮਾਰ ਦਿੱਤੇ ਨੇ, ਜਿਨ੍ਹਾਂ ਦਾ ਦਿਮਾਗ ਬੰਦ ਕਰ ਦਿੱਤਾ ਹੈ, ਮਹਾਰਾਜ ਉਹਨਾਂ ਨੂੰ ਵੀ ਜੀਵਿਤ ਕਰ ਦਿੰਦੇ ਨੇ। ਸੋ ਪੂਰੀ ਪੂਰਨ ਪਰਮੇਸ਼ਵਰ ਸਰਬ ਕਲਾ ਸਮਰੱਥ ਹੈ। ਇਹ ਬਾਬਾ ਦੀਪ ਸਿੰਘ ਜੀ ਸ਼ਹੀਦ ਵਰਗਿਆਂ ਨੂੰ ਬਿਨਾਂ ਸੀਸ ਤੋਂ ਲੜਵਾ ਵੀ ਸਕਦੇ ਨੇ, ਔਰ ਸ਼ਾਂਤ ਹਿਰਦੇ ਵਿੱਚ, ਸ਼ਾਂਤ ਸਰੂਪ 'ਚ ਸਜੇ ਹੋਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਬਲੀਦਾਨ ਕਰਵਾ ਸਕਦੇ ਨੇ। ਸਰਬ ਕਲਾ ਸਮਰੱਥ ਨੇ। ਗੁਰੂ ਕੋਲ ਕਿਹੜੀਆਂ ਸ਼ਕਤੀਆਂ ਨਹੀਂ ਸੀਗੀਆਂ ਜਾਂ ਨਹੀਂ ਹੈਗੀਆਂ। ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ, ਸਾਧ ਸੰਗਤ ਜੀ, ਪਿੰਗਲ ਪਰਬਤ ਪਾਰ ਚੜੇ, ਖਲ ਚਤੁਰ ਬਕੀਤਾ। ਹੁਣ ਪਿੰਗਲੇ ਲੋਕ ਜਿਹੜੇ ਹੁੰਦੇ ਨੇ, ਜਿਹੜੇ ਅਪਾਹਜ ਹੁੰਦੇ ਨੇ, ਜਿਸ ਤਰ੍ਹਾਂ ਦਾਸ ਦੀ ਇੱਕ ਲਾਈਕ ਪੈਰਾਲਿਸਟ ਹੈਗੀ ਆ, ਗੁਰੂ ਮਹਾਰਾਜ ਚਾਹੁਣ ਤੇ ਪਿੰਗਲਿਆਂ ਨੂੰ ਵੀ ਪਹਾੜਾਂ 'ਤੇ ਪਹਾੜ ਚੜ੍ਹਾ ਸਕਦੇ ਨੇ। ਸਰਬ ਕਲਾ ਸਮਰੱਥ, ਇਹ ਹੈ ਸਰਬ ਕਲਾ ਸਮਰੱਥ ਪਰਮੇਸ਼ਵਰ ਦੀਆਂ ਬਖਸ਼ਿਸ਼ਾਂ। ਸਾਡੀ ਛੋਟੀ ਬੁੱਧੀ ਸ਼ਾਇਦ ਨਾ ਸਮਝ ਪਾਏ, ਸਾਡਾ ਘੱਟ ਗਿਆਨ ਸ਼ਾਇਦ ਨਾ ਪਕੜ ਪਾਏ, ਪਰ ਗੁਰੂ ਸਰਬ ਕਲਾ ਸਮਰੱਥ ਜਿੱਥੋਂ ਤੱਕ ਸਾਡੀ ਸੋਚ ਜਾ ਸਕਦੀ ਹੈ, ਉਸ ਤੋਂ ਕਈ ਗੁਣਾ ਅੱਗੇ ਗੁਰੂ ਮਹਾਰਾਜ ਦੀ ਸੋਚ ਸ਼ੁਰੂ ਹੁੰਦੀ ਹੈ। ਤਾਂ ਅਸੀਂ ਕਿਸ ਤਰ੍ਹਾਂ ਪਕੜ ਸਕੂੰਗੇ ਮਹਾਰਾਜ ਦੇ ਸਰਬ ਕਲਾ ਸਮਰੱਥ ਹੋਣ ਦੀ ਗੱਲ ਨੂੰ। ਸਰਬ ਕਲਾ ਸਮਰੱਥ ਨੇ, ਤੱਤੀ ਤਵੀ 'ਤੇ ਸਜੇ ਹੋਏ ਨੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਕਿਹੜੀ ਸ਼ਕਤੀਆਂ ਨਹੀਂ ਸੀਗੀਆਂ ਉਹਨਾਂ ਦੇ ਕੋਲ, ਪਰ ਤੱਤੀ ਤਵੀ 'ਤੇ ਸਜੇ ਹੋਏ ਨੇ ਔਰ ਭਾਣਾ ਮੰਨ ਰਹੇ ਨੇ ਔਰ ਸਾਰਿਆਂ ਨੂੰ ਸ਼ਾਂਤ ਕਰਵਾ ਰਹੇ ਨੇ। ਬਹੁਤ ਪ੍ਰੇਮ ਦੇ ਨਾਲ ਸਨਮਾਨਯੋਗ ਕੀਰਤਨੀ ਜਥੇ ਨੇ ਸ਼ਬਦ ਪੜ੍ਹਿਆ, ਤੇਰਾ ਕੀਆ ਮੀਠਾ ਲਾਗੈ। ਸਭ ਨੂੰ ਗਿਆਨ ਦੇ ਰਹੇ ਨੇ, ਅੱਜ ਤੱਕ ਦੇ ਰਹੇ ਨੇ। ਸ਼ਬਦ ਸਾਡੇ ਸਾਰੀ ਸੰਗਤਾਂ ਨੇ ਸਰਵਣ ਕੀਤਾ, ਨਾਲ ਨਾਲ ਪੜ੍ਹਿਆ ਵੀ। ਉੱਥੋਂ ਦਾ ਗਿਆਨ ਹੁਣ ਤੱਕ ਮਹਾਰਾਜ ਦੇ ਰਹੇ ਨੇ, ਰਹਿੰਦੀ ਦੁਨੀਆ ਤੱਕ ਦਿੰਦੇ ਰਹਿਣਗੇ, ਲੇਕਿਨ ਬੈਠੇ ਹੋਏ ਨੇ ਤੱਤੀ ਤਵੀ 'ਤੇ। ਅਤੇ ਸਾਨੂੰ ਮਾੜਾ ਜਿਹਾ ਰਸੋਈ 'ਚ ਕੰਮ ਕਰਦੇ ਹੋਏ ਛੋਟੀ ਜਿਹੀ ਉਂਗਲੀ ਲੱਗ ਜਾਵੇ ਤਵੇ ਨੂੰ, ਜਾਂ ਗਲਾਸ ਗਰਮ ਫੜ ਲਿਆ ਜਾਵੇ ਪਾਣੀ ਦਾ, ਚਾਹ ਦਾ, ਦੁੱਧ ਦਾ, ਅਤੇ ਉਹੀ ਨਿਕਲ ਜਾਂਦੀ ਹੈ। ਸਰਬ ਕਲਾ ਸਮਰੱਥ ਸਾਡੀ ਪਰੇ ਤੋਂ ਪਰੇ ਸੋਚ ਦੀ ਗੱਲ ਹੈਗੀ। ਸਾਧ ਸੰਗਤ ਜੀ, ਅਸੀਂ ਡਾਊਟ ਬਹੁਤ ਛੇਤੀ ਸ਼ੁਰੂ ਕਰ ਲੈਂਦੇ ਹਾਂ।
ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਉਹ ਕਿਸ ਤਰ੍ਹਾਂ ਹੋ ਸਕਦਾ ਹੈ, ਇਹ ਤਾਂ ਕਦੀ ਹੋ ਹੀ ਨਹੀਂ ਸਕਦਾ। ਸਾਇੰਸ ਤੇ ਇਹ ਗੱਲ ਮੰਨਦੀ ਨਹੀਂ ਹੈਗੀ ਹੈ। ਸਾਇੰਸ ਆਪਣੀ ਥਾਂ ਹੈ, ਗੁਰੂ ਦਾ ਗਿਆਨ ਆਪਣੀ ਥਾਂ ਹੈ। ਸਰਬ ਕਲਾ ਸਮਰੱਥ ਗੁਰੂ ਮਹਾਰਾਜ, ਕਰਨ ਕਾਰਨ ਸਮਰੱਥ। ਜੋ ਕੁਝ ਅਸੀਂ ਦੇਖ ਰਹੇ ਹਾਂ, ਜੋ ਕੁਝ ਅਸੀਂ ਨਹੀਂ ਦੇਖ ਸਕਦੇ, ਉਹ ਸਭ ਕਰਨ ਦੇ ਸਮਰੱਥ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਬੇਨਤੀ ਕਰ ਰਹੇ ਨੇ, ਕਹੋ ਨਾਨਕ ਵਿਚਾਰ। ਇਹ ਡੂੰਘੀ ਵਿਚਾਰ ਵਿੱਚ ਜਾ ਕੇ ਬਚਨ ਕਰ ਰਹੇ ਨੇ। ਬੱਬੇ ਨੂੰ ਬਿਹਾਰੀ ਲੱਗੀ ਹੋਈ ਹੈ ਵਿਚਾਰ, ਡੂੰਘੀ ਵਿਚਾਰ ਦੇ ਵਿੱਚ ਮਹਾਰਾਜ ਜਾ ਕੇ ਬਚਨ ਕਰ ਰਹੇ ਨੇ। ਕਾਰਨ ਕਰਤੇ ਵਸ ਹੈ, ਜਿਨ ਕਲ ਰੱਖੀ ਧਾਰ। ਮਹਾਰਾਜ ਅੱਗੇ ਬਚਨ ਕਰ ਰਹੇ ਨੇ, ਗਿਆਨ ਦੀ ਗੱਲ ਸਮਝਾ ਰਹੇ ਨੇ। ਇਹ ਡੂੰਘੇ ਬਚਨ ਨੇ ਸਾਧ ਸੰਗਤ ਜੀ, ਗੁਰੂ ਮਹਾਰਾਜ ਦੇ ਸਮਝਣ ਦੀ ਔਰ ਆਪਣੇ ਜੀਵਨ 'ਚ ਉਤਾਰਨ ਦੀ ਕੋਸ਼ਿਸ਼ ਕੀਤੀ ਜਾਵੇ। ਕਾਰਨ ਕਰਤੇ ਵਸ ਹੈ, ਜੋ ਵੀ ਹੋ ਰਿਹਾ ਹੈ ਸਭ ਕਰਤੇ ਦੇ ਵਸ ਹੈਗਾ। ਹੁਣ ਇਸ ਗੱਲ ਨੂੰ ਪਕੜ ਕੇ ਕੋਈ ਇਹ ਨਾ ਕਵੇ ਕਿ ਅਸੀਂ ਕੀ ਕਰਨਾ, ਫਿਰ ਕੰਮ ਕਰਕੇ ਅਸੀਂ ਕੀ ਕਰਨਾ, ਪੜ੍ਹਾਈ ਕਰਕੇ ਅਸੀਂ ਕੀ ਕਰਨਾ, ਦੁਕਾਨਾਂ 'ਤੇ ਜਾ ਕੇ, ਇਹ ਨਾ ਕੋਈ ਸੋਚੇ। ਗੁਰੂ ਮਹਾਰਾਜ ਨੇ ਇਹ ਸਰੀਰ ਦਿੱਤਾ ਹੈ ਗ੍ਰਸਤੀ ਜੀਵਨ ਨਿਭਾਉਣ ਵਾਸਤੇ। ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਗੁਰਦੁਆਰਾ ਸਾਹਿਬ ਦੇ ਦਿਓੜੀ ਤੋਂ ਅੱਗੇ ਪੌੜੀਆਂ ਹੈਗੀਆਂ, ਇਸੀ ਅਸਥਾਨ ਦੀ ਗੱਲ ਕਰਦੇ ਹਾਂ। ਅਤੇ ਪੌੜੀਆਂ ਤੋਂ ਅੱਗੇ ਵੱਡਾ ਮੇਨ ਗੇਟ ਹੈਗਾ, ਅਤੇ ਮੇਨ ਗੇਟ ਤੋਂ ਬਾਅਦ ਸੜਕ ਦੇ ਦੋਨੋਂ ਪਾਸੇ ਗੇਟ ਹੈਗੇ ਆ ਸਾਧ ਸੰਗਤ ਜੀ। ਔਰ ਆਮ ਤੌਰ 'ਤੇ ਹਿਦਾਇਤ ਸੇਵਾਦਾਰਾਂ ਨੂੰ ਜਿਹੜੇ ਬਾਹਰ ਖੜ੍ਹੇ ਹੋਏ ਨੇ, ਜਿਹੜੀ ਮਹਾਰਾਜ ਦੀ ਵਜ਼ੀਰੀ ਕਰਦੇ ਨੇ, ਇਹੀ ਹੁੰਦੀ ਹੈ ਕਿ ਇੱਥੇ ਕੋਈ ਜਾਨਵਰ ਵੀ ਅੰਦਰ ਨਾ ਜਾਵੇ, ਕੋਈ ਕੁੱਤਾ ਬਿੱਲੀ ਕੋਈ ਨੁਕਸਾਨ ਕਰਨ ਵਾਸਤੇ ਅੰਦਰ ਨਾ ਜਾਵੇ। ਉਹਨਾਂ ਜੂਨਾਂ ਨੂੰ ਮੇਨ ਗੇਟ ਤੋਂ, ਸੜਕ ਤੋਂ ਵੀ ਅੰਦਰ ਆਉਣ ਦੀ ਅਨੁਮਤੀ ਨਹੀਂ ਹੈ। ਕੇਵਲ ਤੇ ਕੇਵਲ ਮਨੁੱਖਾ ਦੇਹੀ ਹੈ ਜੋ ਕਿ ਇੰਨੀ ਜ਼ਿਆਦਾ ਖੁਸ਼ਕਿਸਮਤ, ਇੰਨੀ ਜ਼ਿਆਦਾ ਲੱਕੀ ਹੈ, ਜਿਹਨੂੰ ਮਹਾਰਾਜ ਆਪਣੇ ਚਰਨਾਂ ਵਿੱਚ ਲਿਆ ਕੇ ਆਪਣੀ ਗੋਦ ਵਿੱਚ ਬਿਠਾਲ ਰਹੇ ਨੇ। ਔਰ ਇਹ ਗੱਲ ਸਾਨੂੰ ਸਮਝਣ ਦੀ ਲੋੜ ਹੈ ਕਿ ਇਹ ਦੇਹੀ ਹੀ ਇਕੱਲਾ ਇੱਕ ਕਾਰਨ ਹੈ, ਇਕੱਲਾ ਇੱਕ ਤਰੀਕਾ ਹੈ ਜਿਹਦੇ ਨਾਲ ਪਰਮੇਸ਼ਵਰ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਵਾਹਿਗੁਰੂ 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 ਵਾਹਿਗੁਰੂ। ਹਾਂ, ਗੁਰੂ ਮਹਾਰਾਜ ਮਿਹਰ ਕਰਨ, ਤਰਸ ਕਰਨ, ਤਰੁੱਠਣ, ਦਇਆ ਕਰਨ, ਨਿਮਰਤਾ ਦੇ ਘਰ ਦੇ ਵਿੱਚ ਆਉਣ ਅਤੇ ਜਿਹਨੂੰ ਮਰਜ਼ੀ ਬਖਸ਼ ਦੇਣ। ਫਿਰ ਉੱਤੇ ਕੋਈ ਕੁੱਤਾ ਬਿੱਲੀ ਗਾਂ ਮੱਝ ਬਾਂਦਰ ਖੋਤਾ ਕੁਛ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਿਕਾਰ ਘਾਟ ਦੇ ਸਥਾਨ 'ਤੇ, ਹਜ਼ੂਰ ਸਾਹਿਬ ਨਾਂਦੇੜ ਦੀ ਧਰਤੀ 'ਤੇ ਸ਼ਿਕਾਰ ਕੀਤਾ ਖਰਗੋਸ਼ ਦਾ ਔਰ ਉਧਾਰ ਕੀਤਾ। ਮਹਾਰਾਜ ਦੀ ਬਖਸ਼ਿਸ਼, ਮਹਾਰਾਜ ਚਾਹੁਣ ਤੇ ਕਿਸੇ ਦਾ ਵੀ ਉਧਾਰ ਕਰਦੇ। ਪਰ ਕਾਰਨ ਕਰਤੇ ਵਸ ਹੈ। ਜੋ ਕੁਛ ਵੀ ਦੇਖ ਰਹੇ ਹਾਂ, ਜੋ ਕੁਛ ਵੀ ਕਾਰਨ ਵਰਤ ਰਹੇ ਨੇ, ਜਿੰਨੇ ਵੀ ਕਾਰਜ ਹੋ ਰਹੇ ਨੇ, ਹੋਣ ਵਾਲੇ ਨੇ, ਅੱਗੇ ਹੋਣਗੇ, ਇਹ ਸਭ ਦੇ ਸਭ ਕਰਤੇ ਨੇ ਆਪਣੇ ਵਸ ਵਿੱਚ ਰੱਖੇ ਹੋਏ ਨੇ। ਜਿਨ ਕਲ ਰੱਖੀ ਧਾਰ, ਆਪਣੇ ਕੋਲ, ਆਪਣੇ ਵਸ ਦੇ ਵਿੱਚ, ਆਪਣੀ ਮੁੱਠੀ ਦੇ ਵਿੱਚ ਰੱਖਿਆ ਹੋਇਆ। ਦੇਂਦਾ ਦੇ, ਲੈਂਦੇ ਥੱਕ ਪਾਏ। ਆਪਣੀ ਮੁੱਠੀ ਵਿੱਚ ਰੱਖਿਆ ਹੈ, ਆਪਣੇ ਕੋਲ ਰੱਖਿਆ ਹੈ, ਦੇ ਰਿਹਾ ਹੈ, ਦਾਤਾਂ ਦੇਈ ਜਾਂਦਾ ਹੈ। ਜਿਹਨੂੰ ਜਿਹੜੀ ਚੀਜ਼ ਦੀ ਲੋੜ ਹੈ ਦੇਈ ਜਾਂਦਾ ਹੈ। ਜਿਹਦੇ ਕੋਲੋਂ ਜਿਹੜੀ ਚੀਜ਼ ਸਾਂਭੀ ਜਾ ਸਕਦੀ ਹੈ ਉਹਨੂੰ ਉਹ ਚੀਜ਼ ਦੇਈ ਜਾਂਦਾ, ਉਹ ਵਸਤੂ ਦੇਈ ਜਾਂਦਾ। ਜੇ ਅਸੀਂ ਹਜੇ ਉਸ ਵਸਤੂ ਦੇ ਕਾਬਿਲ ਨਹੀਂ ਬਣੇ ਤੇ ਉਹ ਵਸਤੂ ਨਹੀਂ ਦਿੰਦੇ। ਗੁਰੂ ਸਾਹਿਬ ਦੀ, ਪਰਮੇਸ਼ਵਰ ਦੀ, ਅਕਾਲ ਪੁਰਖ ਵਾਹਿਗੁਰੂ ਦੀ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਹੈਗੀ ਕਿ ਸਾਡੀ ਅਰਦਾਸ ਬੇਨਤੀ ਨਾ ਸੁਣਨ। ਉਹ ਨਿਰਵੈਰ ਨੇ। ਹਰ ਇੱਕ ਸੈ ਨਾਲ ਮੈਂ ਦੋਸਤੀ, ਹਰ ਇੱਕ ਸੈ ਨਾਲ ਮੈਂ ਸੰਗ। ਉਹ ਤੇ ਸਾਡੇ ਇੱਕੋ ਇੱਕ ਮਿੱਤਰ ਜੋ ਨੇ ਉਹੀ ਨੇ, ਇੱਕੋ ਹੀ ਮਿੱਤਰ ਹੈ, ਇੱਕੋ ਹੀ ਸੰਗੀ ਸਾਥੀ ਹੈ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹਨਾਂ ਦੇ ਨਾਲ, ਉਹਨਾਂ ਦਾ ਸਾਡੇ ਨਾਲ ਕੋਈ ਵੈਰ ਨਹੀਂ। ਦੇਂਦਾ ਦੇ ਰਹੇ ਨੇ। ਲੈਣ ਵਾਲੇ ਥੱਕ ਜਾਓਗੇ ਜਾਂ ਲੈਣ ਵਾਲੇ ਮੁਕਰ ਜਾਓਗੇ।
ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤ ਮਿਲ ਗਈ, ਅਰਦਾਸ ਹੋ ਗਈ। ਜਦੋਂ ਅਰਦਾਸ ਹੋਏਗੀ ਸਤਿਗੁਰੂ ਦੇ ਚਰਨਾਂ ਦੇ ਵਿੱਚ, ਉਹ ਬਿਰਥੀ ਤੇ ਜਾਏਗੀ ਨਹੀਂ। ਗੁਰਬਾਣੀ ਕਹਿ ਰਹੀ ਹੈ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਬਿਰਥੀ ਜਾਣੀ ਨਹੀਂ, ਅਜਾਇਆ ਜਾਣੀ ਨਹੀਂ। ਇੱਥੇ ਅਰਦਾਸ ਕੀਤੀ ਨਹੀਂ, ਉੱਥੇ ਗੁਰੂ ਸਾਹਿਬ ਨੇ ਕੰਮ ਕੀਤਾ ਨਹੀਂ। ਬਹੁਤ ਵਾਰੀ ਤੇ ਅਰਦਾਸ ਕਰੇ ਤੋ ਬਿਨਾ ਵੀ, ਬਿਨ ਬੋਲਿਆ ਸਭ ਕਿਛ ਜਾਣਦਾ, ਕਿਛ ਆਗੈ ਕੀਚੈ ਅਰਦਾਸ। ਬਹੁਤ ਵਾਰੀ ਤੇ ਬਿਨਾ ਬੋਲਿਆ ਹੀ ਮਹਾਰਾਜ ਸੁਣ ਕੇ ਤੇ ਦਾਤਾਂ ਬਖਸ਼ ਦਿੰਦੇ ਨੇ। ਪਰ ਅਸੀਂ ਮੁੜ ਕੇ ਆਪਣੀ ਸੋਚ ਦੇ ਵਿੱਚ ਆ ਕੇ ਮੁੜ ਕੇ ਮਹਾਰਾਜ ਤੋਂ ਬੇਮੁਖ ਹੋ ਜਾਂਦੇ ਆ। ਦਾਤ ਨਾਲ ਤੇ ਪਿਆਰ ਕਰ ਲੈਂਦੇ ਆ ਤੇ ਦਾਤਾਰ ਨੂੰ ਵਿਸਰ ਜਾਂਦੇ ਆ। ਸਾਧ ਸੰਗਤ ਜੀ, ਇਤਿਹਾਸ ਦੇ ਵਿੱਚ ਪ੍ਰਮਾਣ ਆਉਂਦਾ ਆ, ਇੱਕ ਬਜ਼ੁਰਗ ਮਾਈ ਝਾੜੂ ਮਾਰਿਆ ਕਰਦੀ ਸੀਗੀ, ਜੰਗਲਾਂ ਦੇ ਵਿੱਚ ਸਫਾਈ ਕਰਦੀ ਹੁੰਦੀ ਸੀਗੀ। ਸੁੱਕੇ ਹੋਏ ਪੱਤੇ ਇਕੱਠੇ ਕਰਕੇ ਤੇ ਬਾਲਣ ਦੇ ਕੰਮ ਆਉਂਦੇ ਸੀਗੇ। ਇੱਕ ਦਿਨ ਪੱਤੇ ਚੁੱਕਦੇ ਚੁੱਕਦੇ, ਝਾੜੂ ਲਾਉਂਦੇ ਲਾਉਂਦੇ ਉਹਨੂੰ ਇੱਕ ਲਾਲ ਮਿਲਿਆ, ਬਹੁਤ ਕੀਮਤੀ ਹੀਰਾ, ਜਿਹਦਾ ਆਪਾਂ ਕੋਹੀਨੂਰ ਕਹਿ ਦਿੰਦੇ ਹਾਂ, ਇੰਗਲਿਸ਼ ਦੇ ਵਿੱਚ ਰੂਬੀ ਕਹਿ ਦਿੰਦੇ ਹਾਂ। ਉਹ ਹੀਰਾ ਮਿਲਿਆ, ਪਰ ਬਜ਼ੁਰਗ ਮਾਤਾ ਨੂੰ ਸਮਝ ਨਹੀਂ ਸੀ ਕਿ ਮੈਂ ਇਹਦਾ ਕੀ ਕਰਾਂ। ਸੁਨਿਆਰ ਕੋਲ ਗਈ। ਸੁਨਿਆਰ ਕਹਿੰਦਾ ਇਹ ਤਾਂ ਬਹੁਤ ਕੀਮਤੀ ਹੀਰਾ ਹੈ, ਤੈਨੂੰ ਕਿੱਥੋਂ ਲੱਭ ਪਿਆ? ਕਹਿੰਦੀ ਮੈਨੂੰ ਉਸ ਥਾਂ ਤੋਂ ਲੱਭਿਆ। ਕਹਿੰਦੇ ਇੰਨੇ ਤੇ ਇੰਨੇ, ਬਹੁਤ ਮਾਇਆ ਮਿਲ ਜਾਣੀ ਤੈਨੂੰ। ਕਹਿੰਦੇ ਦਿਓ ਫਿਰ। ਉਹ ਮਾਈ ਨੇ ਮਾਇਆ ਲਈ, ਆਪਣੇ ਘਰ ਨੂੰ ਗਈ। ਜੋ ਵੀ ਐਸ਼ੋ ਆਰਾਮ ਦੇ ਪਦਾਰਥ ਜੋ ਲੈਣੇ ਸੀ ਉਹ ਗਰੀਬ ਮਾਈ ਨੇ ਲਏ, ਪੈਸੇ ਦੀ ਵਰਤੋਂ ਕੀਤੀ ਤੇ ਮੁੜ ਕੇ ਫੇਰ ਉਸੀ ਥਾਂ ਤੇ ਪੱਤੇ ਚੁੱਕਣੇ ਸ਼ੁਰੂ ਕਰਤੇ, ਝਾੜੂ ਲਾਣੇ ਸ਼ੁਰੂ ਕਰਤੇ, ਜੋ ਉਹਦਾ ਕੰਮ ਸੀਗਾ। ਕੁਛ ਦਿਨਾਂ ਬਾਅਦ ਉਹਨੂੰ ਸਵਾਲ ਕੀਤਾ ਕਿ ਮਾਈ ਹੁਣ ਤੇ ਤੇਰੇ ਕੋਲ ਇੰਨੀ ਮਾਇਆ ਆ ਗਈ, ਇੰਨਾ ਪੈਸਾ ਆ ਗਿਆ, ਹੁਣ ਤੈਨੂੰ ਕੀ ਲੋੜ ਪੈ ਗਈ ਕਿ ਤੂੰ ਝਾੜੂ ਲਾਉਂਦੀ ਫਿਰਦੀ ਹੈ? ਤੇ ਮਾਈ ਨੇ ਬੜੇ ਪਿਆਰ ਨਾਲ ਜਵਾਬ ਦਿੱਤਾ, ਕਹਿੰਦੀ ਜਿਸ ਕਾਰਨ ਕਰਕੇ ਮੈਨੂੰ ਮਾਇਆ ਮਿਲੀ, ਜਿਸ ਕਾਰਨ ਕਰਕੇ ਮੈਨੂੰ ਉਹ ਹੀਰਾ ਮਿਲਿਆ, ਉਹ ਕਾਰਨ ਮੈਂ ਕਿਸ ਤਰ੍ਹਾਂ ਭੁੱਲ ਜਾਵਾਂ? ਜਿਸ ਝਾੜੂ ਕਰਕੇ, ਜਿੰਨਾ ਸੁੱਕਿਆ ਹੋਇਆ ਪੱਤਿਆਂ ਕਰਕੇ ਮੈਨੂੰ ਮਿਲਿਆ ਉਹ ਦਾਤ, ਮੈਂ ਉਸ ਦਾਤਾਰ ਨੂੰ, ਉਸ ਥਾਂ ਨੂੰ ਕਿਸ ਤਰ੍ਹਾਂ ਭੁੱਲ ਜਾਵਾਂ ਜਿਹਨੇ ਮੈਨੂੰ ਅੱਜ ਇਸ ਜੋਗੇ ਬਣਾ ਦਿੱਤਾ। ਸਾਧ ਸੰਗਤ ਜੀ, ਗੱਡੀਆਂ ਲੈ ਲਈਆਂ, ਬੰਗਲੇ ਲੈ ਲਏ, ਪੜ੍ਹਾਈਆਂ ਲੈ ਲਈਆਂ, ਬਾਹਰ ਚਲੇ ਗਏ, PR ਹੋ ਗਏ, ਸਿਟੀਜ਼ਨ ਹੋ ਗਏ, ਪਰ ਸ਼ੁਕਰਾਨੇ ਵਜੋਂ ਮਹਾਰਾਜ ਨੂੰ ਸ਼ੁਕਰਾਨਾ ਕੀਤਾ ਨਹੀਂ ਕੀਤਾ, ਇਹ ਅਸੀਂ ਆਪਣੇ ਅੰਦਰ ਝਾਂਕਣਾ ਆ। ਅਸੀਂ ਆਪਣੇ ਅੰਦਰਲੀ ਮੈਲ ਨੂੰ ਪਛਾਣਨਾ ਆ। ਬਾਹਰਲੀ ਮੈਲ ਤੇ ਰੋਜ਼ ਫਰੋਲੀ ਜਾਂਦੇ ਆ, ਫਲਾਣੇ ਨੇ ਇਹ ਕਰ ਲਿਆ, ਫਲਾਣੇ ਨੇ ਉਹ ਕਰ ਲਿਆ, ਨਿੰਦਿਆ ਚੁਗਲੀ। ਮਿੰਟ ਸਕਿੰਟ ਦੇ ਵਿੱਚ ਬਿਨਾਂ ਰੀਅਲਾਈਜ਼ ਕੀਤੇ, ਬਿਨਾਂ ਪਛਾਣੇ ਕਿ ਅਸੀਂ ਕਿਸੇ ਦੀ ਪਿੱਠ ਪਿੱਛੇ ਉਹ ਬੋਲ ਰਹੇ ਹਾਂ ਜੋ ਨਿੰਦਿਆ ਬਣ ਕੇ ਸਾਡੇ ਸਿਰ ਤੇ ਹੀ ਭਾਰ ਚੜ੍ਹਨਾ ਹੈ, ਸਿਰਫ ਜੀਭ ਦਾ ਸਵਾਦ ਲੈਣ ਵਾਸਤੇ, ਲੋਕਾਂ ਦੇ ਸਾਹਮਣੇ ਬੱਲੇ ਬੱਲੇ ਕਰਾਉਣ ਵਾਸਤੇ। ਸੋ ਨਾ ਸ਼ੁਕਰੇ ਬਣਨਾ ਸਭ ਤੋਂ ਵੱਡਾ ਬੇਮੁਖ ਹੋਣਾ ਹੈ। ਸਾਧ ਸੰਗਤ ਜੀ, ਗੁਰੂ ਨਹੀਂ ਭੁੱਖਾ ਮਾਇਆ ਦਾ, ਗੁਰੂ ਨਹੀਂ ਭੁੱਖਾ ਲੰਗਰਾਂ ਦਾ। ਜੇ ਮਾਇਆ ਦਾ ਭੁੱਖਾ ਹੁੰਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਮਲਿਕ ਭਾਗੋ ਦੇ ਘਰ ਜਾਂਦੇ, ਭਾਈ ਲਾਲੋ ਦੇ ਕੋਲ ਨਾ ਆ ਕੇ ਪ੍ਰਸ਼ਾਦਾ ਛਕਦੇ। ਸੋ ਆਪਣੇ ਮਨ ਤੋਂ ਇਹ ਗੱਲਾਂ ਕੱਢਦੇ ਹੀ ਹੈ, ਪਰ ਇੱਕ ਵਾਅਦਾ ਗੁਰੂ ਸਾਹਿਬ ਨਾਲ ਕਰੀਏ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਮਨਾ ਰਹੇ ਹਾਂ, ਦਿਹਾੜੇ ਆ ਰਹੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦਇਆ ਕਰੋ, ਵਸੋ ਮਨ ਆਏ, ਸਾਡੇ ਮਨ 'ਚ ਵਸੋ ਮਹਾਰਾਜ। ਕੁਛ ਵੀ ਵਿਸਰ ਜਾਵੇ ਲੇਕਿਨ ਤੇਰੇ ਗੁਰਦੁਆਰੇ ਆਉਣ ਦੀ ਰੂਟੀਨ ਨਾ ਸਾਡੇ ਤੋਂ ਛੱਡੀ ਜਾਵੇ। ਭਾਵੇਂ ਜਿੰਨੇ ਮਰਜ਼ੀ ਬਿਮਾਰ ਹੋਈਏ, ਭਾਵੇਂ ਜਿੰਨਾ ਮਰਜ਼ੀ ਦੁੱਖ ਤਕਲੀਫ ਹੋਵੇ, ਭਾਵੇਂ ਜਿੰਨੇ ਮਰਜ਼ੀ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਹੋਣ, ਪਰ ਗੁਰੂ ਘਰ ਆ ਕੇ ਦਰਸ਼ਨ ਫੇਰ ਵੀ ਕਰੀਏ। ਮਹਾਰਾਜ ਆਪਣੇ ਦਰਸ਼ਨ ਜ਼ਰੂਰ ਬਖਸ਼ਿਓ, ਇਹ ਮੰਗੀਏ ਮਹਾਰਾਜ ਕੋਲ। ਇਹ ਦਾਤ ਐਵੇਂ ਨਹੀਂ ਮਿਲਦੀ ਸਾਧ ਸੰਗਤ ਜੀ। ਇਹ ਨਾ ਸੋਚੀਏ ਕਿ ਅਸੀਂ ਆਪਣੀ ਮਰਜ਼ੀ ਨਾਲ ਗੱਡੀ ਦੀ ਚਾਬੀ ਚੱਕੀ ਤੇ ਗੱਡੀ 'ਚ ਬਹਿ ਕੇ, ਮੈਟਰੋ 'ਤੇ ਬਹਿ ਕੇ ਤੇ ਗੁਰਦੁਆਰਾ ਸਾਹਿਬ ਆ ਗਏ ਨਾ। ਗੁਰੂ ਸਾਹਿਬ ਦਇਆ ਕਰਕੇ, ਮਿਹਰ ਕਰਕੇ
ਤਰੁੱਠ ਕੇ ਲੈ ਕੇ ਆ ਰਹੇ ਨੇ ਤਾਂ ਅਸੀਂ ਦਰਸ਼ਨ ਕਰ ਸਕਦੇ ਹਾਂ। ਅਸੀਂ ਗੁਰੂ ਸਾਹਿਬ ਨੂੰ ਗਰੈਂਟਿਡ ਨਹੀਂ ਲੈ ਕੇ ਚੱਲ ਸਕਦੇ। ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ, ਸਭ ਕੁਝ ਕਰਤੇ ਨੇ ਆਪਣੇ ਹੱਥ ਵਿੱਚ ਰੱਖਿਆ। ਪੌੜੀ ਖਸਮੈ ਕੈ ਦਰਬਾਰ ਢਾਡੀ ਵਸਿਆ। ਅਸੀਂ ਆਮ ਤੌਰ 'ਤੇ ਢਾਡੀ ਕਵੀਸ਼ਰ ਸੁਣਦੇ ਹਾਂ ਸਾਧ ਸੰਗਤ ਜੀ। ਇੱਥੇ ਮਹਾਰਾਜ ਢਾਡੀ ਦਾ ਸੰਕੇਤ ਦੇ ਕੇ ਕਹਿ ਰਹੇ ਨੇ ਕਿ ਜਿਹੜੀ ਗੁਰੂ ਦੇ ਪਿਆਰੇ ਢਾਡੀ ਬਣ ਕੇ ਪਰਮੇਸ਼ਵਰ ਦੇ ਦਰ ਦੇ ਵਿੱਚ ਪੁਕਾਰਾਂ ਕਰਦੇ ਨੇ, ਪਰਮੇਸ਼ਵਰ ਦੇ ਦਰ ਦੇ ਵਿੱਚ ਆ ਕੇ ਮੱਥੇ ਰਗੜਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਤਨ ਮਨ ਧਨ ਸਭ ਸੌਂਪ ਗੁਰ ਕੋ, ਉਹਦਾ ਹੁਕਮ ਮੰਨਦੇ ਨੇ। ਆਪਣਾ ਤਨ ਵੀ ਦੇਤਾ, ਮਨ ਵੀ ਦੇਤਾ, ਧਨ ਵੀ ਦੇਤਾ, ਔਰ ਉਸ ਤੋਂ ਬਾਅਦ ਹੁਕਮ ਵੀ ਮੰਨਣਾ। ਹੁਕਮ ਮੰਨ ਕੇ ਸਭ ਕੁਝ ਦੇ ਵੀ ਦਿੱਤਾ, ਜਿਸ ਤਰ੍ਹਾਂ ਭਾਈ ਮੰਝ ਨੇ ਕੀਤਾ। ਸਾਨੂੰ ਸਾਰਿਆਂ ਨੂੰ ਸਾਖੀ ਦਾ ਪਤਾ ਹੈ ਸਾਧ ਸੰਗਤ ਜੀ, ਸਭ ਕੁਝ ਕੁਰਬਾਨ ਕੀਤਾ ਭਾਈ ਮੰਝ ਜੀ ਨੇ। ਔਰ ਫਿਰ ਮਹਾਰਾਜ ਨੇ ਵੀ ਬਖਸ਼ਿਸ਼ਾਂ ਕੀਤੀਆਂ। ਭਾਈ ਮੰਝ ਨੂੰ ਬੋਹਿਥਾ ਬਣਾਤਾ। ਮੰਝ ਪਿਆਰਾ ਗੁਰ ਕੋ, ਗੁਰ ਮੰਝ ਪਿਆਰਾ। ਮੰਝ ਗੁਰੂ ਕਾ ਬੋਹਿਥਾ ਜਗ ਲੰਘਣਹਾਰਾ। ਭਾਈ ਮੰਝ ਜੀ ਨੂੰ ਮਹਾਰਾਜ ਨੇ ਬੋਹਿਤ ਬਣਾਤਾ, ਕਿਸ਼ਤੀ ਬਣਾਤਾ, ਜਗ ਲੰਘਣਹਾਰਾ। ਭਾਈ ਮੰਝ ਜੀ ਨੇ ਵਰ ਮੰਗਿਆ ਸੀ, ਮਹਾਰਾਜ ਜਿੰਨੀ ਪ੍ਰੀਖਿਆ ਆਪਣੇ ਇਸ ਸਿੱਖ ਕੋਲੋਂ ਲਈ ਹੈ, ਇੰਨੀ ਪ੍ਰੀਖਿਆ ਆਪਣੀ ਸਿੱਖਾਂ ਕੋਲੋਂ ਨਾ ਲਿਓ। ਕਲਯੁਗ ਦਾ ਸਮਾਂ ਹੈਗਾ, ਨਹੀਂ ਤੇ ਪਤਾ ਨਹੀਂ ਸਾਧ ਸੰਗਤ ਜੀ ਅੱਜ ਸਾਨੂੰ ਕਿਹੜੀ ਕਿਹੜੀ ਪ੍ਰੀਖਿਆਵਾਂ ਦੇਣੀਆਂ ਪੈਂਦੀਆਂ। ਭਾਈ ਮੰਝ ਨੇ ਪਰਉਪਕਾਰ ਕਰਕੇ ਸਾਡੀ ਪ੍ਰੀਖਿਆਵਾਂ ਕੱਟ ਦਿੱਤੀਆਂ, ਐਸ਼ੋ ਆਰਾਮ ਦੇ ਦਿੱਤੇ ਸਾਨੂੰ। ਸੱਚਾ ਖਸਮ ਕਲਾਣ ਕਮਲ ਵਿਗਸਿਆ। ਜਦੋਂ ਅਸੀਂ ਸੱਚੇ ਦੇ ਨਾਲ ਜੁੜਦੇ ਹਾਂ, ਵਾਹਿਗੁਰੂ 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 ਬੋਲਦੇ ਹਾਂ, ਤੇ ਅੰਦਰ ਇੱਕ ਖਿੜਾਓ ਆਉਂਦਾ ਆ। ਗੁਰੂ ਮਹਾਰਾਜ ਕਹਿੰਦੇ ਆ ਕਮਲ ਵਿਗਸਿਆ, ਅੰਦਰੋਂ ਇੱਕ ਖੁਸ਼ੀ ਆਉਂਦੀ ਹੈ। ਕਈ ਗੁਰਮੁਖ ਰੂਹਾਂ ਦੇ ਕੋਲ ਬਹਿ ਕੇ ਉੱਠਣ ਦਾ ਜੀਅ ਨਹੀਂ ਕਰਦਾ। ਕਈਆਂ ਦੇ ਕੋਲ ਬਹਿ ਕੇ ਇੱਦਾਂ ਲੱਗਦਾ ਇਹਨਾਂ ਦੇ ਨਾਲ ਹੀ ਬੈਠੇ ਰਹੀਆਂ, ਇਹਨਾਂ ਦੀ ਗੱਲਾਂ ਸੁਣਦੇ ਰਹੀਆਂ, ਨਾਮ ਜਪਦੇ ਰਹੀਆਂ, ਬਾਣੀ ਪੜ੍ਹਦੇ ਰਹੀਆਂ। ਉਹਨਾਂ ਦੇ ਆਲੇ ਦੁਆਲੇ ਦਾ ਪੋਜ਼ਿਟਿਵ ਔਰਾ ਹੀ ਇੰਨਾ ਜ਼ਿਆਦਾ ਹੁੰਦਾ ਆ। ਉਹ ਕਮਲ ਵਿਗਸਿਆ, ਅੰਦਰ ਦੀ ਖੁਸ਼ਬੂ ਹੈ ਉਹਨਾਂ ਦੀ, ਜੋ ਕਿ ਬਾਣੀ ਪੜ੍ਹ ਕੇ, ਸੇਵਾ ਕਰਕੇ, ਸਿਮਰਨ ਕਰਕੇ, ਸੰਗਤ ਕਰਕੇ ਬਖਸ਼ਿਸ਼ ਹੁੰਦੀ ਹੈ। ਕਈਆਂ ਦੀ ਬੋਲੀ ਇੰਨੀ ਮਿੱਠੀ ਹੈ। ਮਹਾਰਾਜ ਨੇ ਤੇ ਬਚਨ ਕੀਤੇ ਸਾਰਿਆਂ ਵਾਸਤੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਾਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਮਹਾਰਾਜ ਕਹਿੰਦੇ ਉਹ ਤੇ ਕਦੀ ਬੋਲਦਾ ਹੀ ਨਹੀਂ ਕੌੜਾ। ਅਸੀਂ ਮੱਥਾ ਟੇਕ ਰਹੇ ਹਾਂ ਮਿੱਠੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ, ਪਰ ਫਿਰ ਵੀ ਅਸੀਂ ਮਿੱਠੇ ਨਹੀਂ ਹੋ ਰਹੇ। ਫਿਰ ਵੀ ਸਾਡੇ ਮਨਾਂ ਦੇ ਵਿੱਚ ਕੜਵਾਹਟ ਹੈ, ਫਿਰ ਵੀ ਸਾਡੇ ਮਨਾਂ ਦੇ ਵਿੱਚ ਦਿਖਾਵਾ ਹੈ। ਸਾਡੇ ਮਨ ਦਾ ਕਮਲ ਕਦੋਂ ਵਿਗਸੇਗਾ, ਕਦੋਂ ਖਿਲੇਗਾ? ਮਹਾਰਾਜ ਦਇਆ ਕਰੋ, ਦਇਆ ਕਰੋ, ਗਰੀਬ ਨਿਵਾਜ, ਗਰੀਬਾਂ ਨੂੰ ਬਖਸ਼ੋ। 24 ਘੰਟੇ ਅਰਦਾਸਾਂ ਬੇਨਤੀਆਂ ਕਰੀਏ, ਮਹਾਰਾਜ ਆਪ ਜੀ ਗਰੀਬਾਂ ਨੂੰ ਪਰਸ ਦਿਓ, ਆਪ ਜੀ ਕਿਰਪਾ ਕਰੋ, ਸਾਨੂੰ ਆਪਣਾ ਸਿੱਖ ਬਣਾ ਲਵੋ। ਆਪ ਜੀ ਦਾ ਸਿੱਖ ਤੇ ਕਦੀ ਕਿਸੇ ਨੂੰ ਗੁੱਸਾ ਕਰਦਾ ਹੀ ਨਹੀਂ। ਕਦੀ ਸੋਚਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਸੇ ਨੂੰ ਕਦੀ ਗੁੱਸਾ ਕੀਤਾ ਹੋਣਾ, ਜਾਂ ਕਦੀ ਕਿਸੇ ਨੂੰ ਗਾਲ ਕੱਢੀ ਹੋਣੀ ਹੈ? ਪਿਆਰ ਦੇ ਘਰ ਦੇ ਵਿੱਚ ਆ ਕੇ ਤੇ ਨਹੀਂ ਮਨ ਮੰਨਦਾ ਕਿ ਮਹਾਰਾਜ ਨੇ ਕਦੀ ਕਿਸੇ ਨੂੰ ਕੋਈ ਵੀ ਅਪਸ਼ਬਦ ਆਪਣੀ ਜ਼ਿੰਦਗੀ ਦੇ ਵਿੱਚ ਬੋਲਿਆ ਹੋਵੇ। ਜੀ 20 ਰੁਪਏ ਦਾ ਸੱਚਾ ਸੌਦਾ ਕਰਕੇ ਆ ਰਹੇ ਆ ਤੇ ਪਿਤਾ ਜੀ ਨੇ ਮਹਾਰਾਜ ਨੂੰ ਚਪੇੜ ਤੱਕ ਮਾਰੀ, ਮਹਾਰਾਜ ਨੇ ਕੁਛ ਨਹੀਂ ਕਿਹਾ। ਇਹ ਸਿੱਖੀ ਪ੍ਰੇਮ ਦਾ ਪ੍ਰਤੀਕ। ਜੇ ਸਿੱਖ ਵੀ ਨਿਮਰਤਾ ਨਾ ਧਾਰ ਸਕੇ ਤੇ ਫਿਰ ਦੁਨੀਆ ਵਿੱਚ ਕੋਈ ਵੀ ਨਿਮਰਤਾ ਨਹੀਂ ਧਾਰ ਸਕੇਗਾ। ਸਾਧ ਸੰਗਤ ਜੀ, ਖਸਮਹੁ ਪੂਰਾ ਪਾਏ ਮਨਹੁ ਰਹਸਿਆ। ਖਸਮਹੁ ਪੂਰਾ ਪਾਏ, ਮਹਾਰਾਜ ਕਹਿ ਰਹੇ ਨੇ ਨਾਮ ਜਪ ਜਪ ਕੇ, ਸੇਵਾ ਕਰ ਕਰਕੇ ਇਹ ਢਾਡੀ ਜਿਹੜਾ ਆ ਆਪਣੇ ਖਸਮ ਦੇ ਦਰਬਾਰ ਦੇ ਵਿੱਚ ਢਾਡ ਵਜਾ ਵਜਾ ਕੇ, ਸੇਵਾ ਕਰ ਕਰਕੇ ਉਸ ਪੂਰੇ ਖਸਮ ਨੂੰ ਪਾ ਰਿਹਾ ਹੈ। ਉਸ ਪੂਰੇ ਖਸਮ ਨੂੰ ਪਾ ਰਿਹਾ ਹੈ, ਨਾਲੇ ਜਿਹੜਾ ਰਹੱਸਮਈ
ਜਿਹੜਾ ਕਿ ਨਾਮ ਗਿਆਨ, ਜਿਹੜਾ ਛੁਪਿਆ ਹੋਇਆ ਗਿਆਨ ਅੱਜ ਤੱਕ ਪਰਦੇ ਥੱਲੇ ਸੀਗਾ, ਮਹਾਰਾਜ ਕਿਰਪਾ ਕਰ ਰਹੇ ਨੇ, ਉਹ ਵੀ ਮਨ ਦੇ ਵਿੱਚੋਂ ਬਾਹਰ ਕੱਢ ਰਹੇ ਨੇ। ਜੇ ਕੋ ਖਾਵੈ ਜੇ ਕੋ ਭੁੰਚੈ ਗਿਆਨ। ਸਾਧ ਸੰਗਤ ਜੀ, ਪਹਿਲੇ ਵੀ ਬੇਨਤੀ ਕੀਤੀ ਆਪ ਜੀ ਨੂੰ, ਗੁਰੂ ਮਹਾਰਾਜ ਜਿੱਦਾਂ ਦੁਨਿਆਵੀ ਤੌਰ 'ਤੇ ਕਿਸੇ ਦੀ ਕੈਪੇਬਿਲਿਟੀ ਨੂੰ ਚੈੱਕ ਕਰਕੇ, ਕਿਸੇ ਦੀ ਜਿਹੜੀ ਉਹਦੀ ਯੋਗਤਾ ਹੈ ਉਹ ਚੈੱਕ ਕਰਕੇ ਉਹਨੂੰ ਪ੍ਰਮੋਸ਼ਨ ਦਿੱਤਾ ਜਾਂਦਾ ਹੈ, ਉਹਨੂੰ ਕੋਈ ਪੋਸਟ ਦਿੱਤੀ ਜਾਂਦੀ ਹੈ। ਇਸੀ ਤਰ੍ਹਾਂ ਮਹਾਰਾਜ ਵੀ ਆਪਣੇ ਘਰ ਦੇ ਵਿੱਚ ਵਸਤੂ ਦੇਣ ਤੋਂ ਪਹਿਲੇ, ਅਧਿਆਤਮਕ ਕਿਰਪਾ ਦੇਣ ਤੋਂ ਪਹਿਲੇ, ਭਾਵੇਂ ਉਹ ਕਿਰਪਾ ਕੋਈ ਵੀ ਹੈ, ਕਿਸੇ ਵੀ ਪ੍ਰਕਾਰ ਦੀ ਹੈ, ਉਹ ਪਹਿਲੇ ਚੈੱਕ ਕਰਦੇ ਨੇ ਕਿ ਵੀ ਇਹਦੀ ਯੋਗਤਾ ਹੋ ਗਈ ਕਿ ਨਹੀਂ ਹੋਈ। ਦੁਸ਼ਮਨ ਕੱਢੇ ਮਾਰ ਸੱਜਣ ਰਸਿਆ। ਗੁਰੂ ਮਹਾਰਾਜ ਕਹਿ ਰਹੇ ਨੇ ਸਾਰੇ ਦੁਸ਼ਮਣ ਮਾਰ ਕੱਢੇ। ਕਿਹੜੇ ਦੁਸ਼ਮਣ ਸਾਧ ਸੰਗਤ ਜੀ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਿਆ, ਚੁਗਲੀ, ਈਰਖਾ, द्वैत, फरेब, छल कपट, झूठ बोलना, बनावटी बनना, ये सारे दे सारे दुश्मन। ये दुश्मन क्यों ने? क्योंकि साडी लत्तां बार बार खिंचते ने। गुरसिख जांदा गुरुद्वारे, गुरसिख जांदा गुरु दे घर, उत्थों गुरबाणी दा जाप सुनदा है, वाहिगुरु दा जाप सुनदा है, कथा सुनदा है, कीर्तन सुनदा है, मन पवित्र होना शुरू हुंदा है, अगे वधदा गुरु वल नूं, लेकिन फिर काम लत खिंच लैंदा है, फिर पिछे डिग जाते हैं, फिर क्रोध लत खिंच लैंदा। निक्की निक्की गल्लां ते, छोटी छोटी गल्लां ते कोई सियाणा बंदा सुनेगा, चंगे प्रिंसीपल स्कूल का कोई सुनेगा, वो हसेगा, अरे कित्थे डिग गया गुरसिख अज दा। रैड लाइट ते खड़े होए आ, 2 मिनट वास्ते रिक्शे वाला 10 सेकंड ला के अगे जा रहे हो। गरीब बंदा, असी एसी गड्डी विच बैठे हाँ, साडे कोल फिर भी बर्दाश्त शक्ति नहीं हैगी, फिर भी 2 गालां मूँह चों निकल जांदियां, छेती पासे कर। सिखां विच ते निमरता कुट कुट के भरना चाहुंदे ने गुरु नानक साहब महाराज। ये निमरता का ही कारण है ना कि अज वर्ल्ड दे विच सिख नूं गिविंग कम्यूनिटी, देण वाली कम्यूनिटी का खिताब मिल चुका है। साध संगत जी, 370 कम्यूनिटियां दे विच जिहड़ी नामी गिरामी कम्यूनिटियां ने, UN ने खिताब दे दिता। ये सिर्फ तो सिर्फ जिहड़ा कोविड दे विच महाराज ने सेवा लई। महाराज कहते आ जाओ सिखो, हुण अपने गुरु घरां दे विच ते बहुत सेवावां कर लईआं, बहुत लंगर वरताले, आओ हुण दुनिया नूं दसीए कि सिख कौम किहनूं कहंदे आ। और हिंदुस्तान की दुनिया के हरेक कोने दे विच गुरु महाराज ने पग दा मान इन्ना उच्चा करता। छोटी गल नहीं है साध संगत जी। जदों आपां बाहर निकलदे आ ना, इंग्लैंड विच जदों असीं सीगे, इत्थे सानूं नहीं ज़्यादा पता कि माहौल सीगा। उत्थे 4.5 महीने वास्ते गुरुद्वारा साहब दे बूहे बंद सीगे। महाराज असीं तरस गए सीगे कि दर्शन दिओ, किवाड़ खोलो। घरां विच किन्नी देर बंद रहे। ये गुरु महाराज की बख्शिश। ये महाराज सच्चा सच्चा सतगुर सेवन, सच्चा मार्ग दसिया। सच्चे गुरु की सेवा करते करते महाराज ने सच्चा मार्ग दसिया। बहुत मार्ग हैगे साध संगत जी परमेश्वर की प्राप्ति वास्ते, पर गुरु महाराज इत्थे सच्चे मार्ग की गल कर रहे ने। सच्चा मार्ग सिमरो सिमर सिमर सुख पावो, बस सिमरन। 8 पहर आराधो प्यारे, वाहेगुरु 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 वाहेगुरु। क्योंकि गुरु सच्चा है, गुरु ने मार्ग भी सच्चा दसना। सदा शब्द विचार काल विधाउसिया। शब्द दी विचार समझ समझ के अपने हिरदे विच वसा वसा के, वेख पराइयां चंगियां, पराइयां इस्त्रियां पराइयां पुरुष देख के उन्होंने अपना माँ समझो, उन्होंने अपना पुत्र समझो। ये ज्ञान अपने मन दे विच वसाया जाएगा तो अखां मैलियां होणियां ही नहीं। काल विधौसिया वो समा हैगा जदों फिर असी काल नूं, जमदूत नूं भी अपने कब्जे विच कर लैंदे आ। मौत मीनिंग इदा यह हैगा कि मौत का भी डर जिहड़ा आ वो दिमाग तो मन तो निकल जाता है। सब तो वड्डा डर मौत का हैगा इंसान के शरीर दे विच। और गुरु महाराज कहते ने पहला मरण कबूल कर, जीवन की छड़ आस।
ਸ਼ਬਦ ਗੁਰੂ ਦਾ ਅਭਿਆਸ ਕਰਦੇ 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 ਸਿੱਖ ਮੌਤ ਤੇ ਵੀ ਕਾਬੂ ਪਾ ਲੈਂਦਾ ਆ, ਮੌਤ ਦਾ ਵੀ ਡਰ ਖਤਮ ਕਰ ਦਿੰਦਾ। ਕੱਲ ਆਉਣੀ ਹੈ, ਅੱਜ ਆ ਜਾਵੇ। ਭਾਈ ਮਨੀ ਸਿੰਘ ਸਾਹਿਬ ਜੀ ਦੇ ਬੰਦ ਕੱਟੇ ਜਾ ਰਹੇ ਨੇ, ਪਤਾ ਲੱਗ ਰਿਹਾ ਮਰ ਜਾਣਾ ਆ, ਕੁਛ ਦੇਰ ਦੇ ਵਿੱਚ ਸਵਾਸ ਪੂਰੇ ਹੋ ਜਾਣੇ ਨੇ, ਆਪਣਾ ਸਰੀਰ ਤਿਆਗ ਦੇਣਾ ਹੈ। ਅਡੋਲ ਬੈਠੇ ਹੋਏ ਗੁਰਬਾਣੀ ਦਾ ਜਾਪ ਕਰ ਰਹੇ ਨੇ, ਔਰ ਗੁਰੂ ਕੇ ਪਿਆਰੇ ਸਿੱਖ ਟੋਕਰਾ ਸਾਰਾ ਬੰਦ ਕੱਟੇ ਹੋਏ ਬੰਦਾਂ ਦੇ ਨਾਲ ਭਰ ਗਿਆ, ਲੇਕਿਨ ਉਸ ਟੋਕਰੇ ਦੇ ਵਿੱਚੋਂ ਵੀ, ਕੱਟੇ ਹੋਏ ਬੰਦਾਂ ਦੇ ਵਿੱਚੋਂ ਵੀ ਗੁਰਬਾਣੀ ਦੇ ਜਾਪ ਦੀ ਆਵਾਜ਼ ਆ ਰਹੀ ਹੈ। ਇਹ ਹੈ ਗੁਰੂ ਮਹਾਰਾਜ ਦੀ ਕਿਰਪਾ। ਕਾਲ ਵਿਧੌਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ। ਗੁਰੂ ਮਹਾਰਾਜ ਆਪਣੇ ਆਪ ਨੂੰ ਢਾਡੀ ਕਹਿ ਕੇ, ਆਪਣੇ ਆਪ ਨੂੰ ਗੁਰੂ ਮਹਾਰਾਜ ਦੇ ਘਰ ਦਾ ਵਜ਼ੀਰ ਕਹਿ ਕੇ ਸੰਬੋਧਨ ਕਰ ਰਹੇ ਨੇ ਕਿ ਅਕਥ ਸ਼ਬਦ ਸਵਾਰਿਆ, ਜੋ ਕਦੀ ਕਿਸੇ ਨੇ ਸ਼ਬਦ ਸੁਣਿਆ ਹੀ ਨਹੀਂ ਸੀ। ਇੱਕ ਓੰਕਾਰ ਨਿਰਵੈਰ ਅਕਾਲ ਮੂਰਤ, ਕਦੀ ਸੁਣਿਆ ਹੀ ਨਹੀਂ ਸੀ ਇਹ ਸ਼ਬਦ ਕਿਸੇ ਨੇ। ਇਹ ਸ਼ਬਦ ਪੁਕਾਰ ਕੇ ਕਥੇ ਅਕਥ ਸ਼ਬਦ ਸਵਾਰਿਆ, ਇਹ ਅਕਥ ਕਥਾ ਦੇ ਸ਼ਬਦ ਬੋਲ ਕੇ ਬਾਣੀ ਦਾ ਜਾਪ ਕਰ ਕੇ ਆਪਣਾ ਆਪ ਸਵਾਰਿਆ। ਨਾਨਕ ਗੁਣ ਗਹਿ ਰਾਸ ਹਰ ਜੀਓ ਮੇਲ ਪਿਆਰਿਆ। ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਸ਼ਬਦ ਦਾ ਜਾਪ ਕਰ ਕੇ, ਸੇਵਾ ਕਰ ਕੇ, ਗੁਰਮਤ ਦੇ ਨਾਲ ਜੁੜ ਕੇ, ਗੁਰਮਤ ਦੇ ਧਾਰਨੀ ਬਣ ਕੇ, ਗੁਣ ਗਹਿ ਰਾਸ, ਉਹ ਗੁਣਾਂ ਦੇ ਖਜ਼ਾਨੇ ਨੂੰ ਪਕੜ ਹੀ ਲਿਆ। ਇਹ ਸਾਰੇ ਜਿਹੜੇ ਗੁਣ ਨੇ ਨਾ ਸਾਧ ਸੰਗਤ ਜੀ, ਸੱਚ ਬੋਲਣਾ, ਨਿਮਰਤਾ ਨਾਲ ਬੋਲਣਾ, ਥੋੜ੍ਹਾ ਬੋਲਣਾ, ਮਿੱਠਾ ਬੋਲਣਾ, ਬੋਲੀ ਬੜੀ ਵੱਡੀ ਮਹੱਤਤਾ ਰੱਖਦੀ ਹੈ ਅਧਿਆਤਮ ਦੇ ਮਾਰਗ ਦੇ ਵਿੱਚ। ਸਾਧ ਸੰਗਤ ਜੀ, ਕਿਸੇ ਦੇ ਪਿਓ ਨੂੰ ਬੁਲਾਣਾ ਆ, ਆਪ ਜੀ ਦੇ ਪਿਤਾ ਜੀ ਦਾ ਨਾਮ ਕੀ ਹੈ? ਪਿਆਰ ਨਾਲ, ਉਹ ਤੇਰੇ ਪਿਓ ਦਾ ਨਾਮ ਕੀ ਹੈ? ਬਸ ਉੱਥੇ ਹੀ ਵੱਟਾ ਮਾਰਤਾ ਚੱਕੇ। ਬੋਲੀ ਦਾ ਬਹੁਤ ਵੱਡਾ ਰੋਲ ਹੈ। ਇਹ ਸਾਰੇ ਪਰਮੇਸ਼ਵਰ ਦੇ ਗੁਣ ਮਹਾਰਾਜ ਕਹਿੰਦੇ ਨੇ, ਨਾਨਕ ਗੁਣ ਗਹਿ ਰਾਸ ਹਰ ਜੀਓ ਮੇਲ ਪਿਆਰਿਆ। ਹਰੀ ਦੇ ਸਾਰੇ ਗੁਣਾਂ ਦੀ ਰਾਸ, ਸਾਰੇ ਗੁਣਾਂ ਦਾ ਖਜ਼ਾਨਾ ਮਿਲ ਗਿਆ, ਔਰ ਉਸ ਪਰਮੇਸ਼ਵਰ ਅਕਾਲ ਪੁਰਖ ਪਿਆਰੇ ਦੇ ਨਾਲ ਮੇਲ ਹੋ ਗਿਆ। ਸੋ ਸਾਧ ਸੰਗਤ ਜੀ, ਬਹੁਤ ਹੀ ਪਿਆਰ ਦੇ ਨਾਲ ਗੁਰੂ ਮਹਾਰਾਜ ਨੇ ਸ਼ਬਦ ਉਚਾਰਨ ਕੀਤੇ। ਆਪ ਸਾਰੀਆਂ ਸੰਗਤਾਂ ਦਾ ਗੁਰੂ ਸਾਹਿਬ ਜੀ ਦੇ ਮੁੱਖ ਵਜ਼ੀਰ ਹੈਡ ਗ੍ਰੰਥੀ ਸਾਹਿਬ ਜੀ, ਬਹੁਤ ਹੀ ਪਿਆਰੀ ਰੂਹ, ਇਹਨਾਂ ਦੇ ਬਹੁਤ ਧੰਨਵਾਦ। ਆਪ ਸਾਰਿਆਂ ਨੇ ਸੇਵਾ ਕਰਨ ਦਾ ਦਾਸ ਨੂੰ ਮੌਕਾ ਬਖਸ਼ਿਆ। ਬਾਣੀ ਦਾ ਜਾਪ ਕਰਦਿਆਂ, ਗੁਰਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ। ਆਪ ਜੀ ਨੇ ਆਪਣਾ ਬੱਚਾ ਸਮਝ ਕੇ ਬਖਸ਼ ਦੇਣਾ, ਆਪਣੇ ਜੋੜੇ ਝਾੜਨ ਦੀ ਸੇਵਾ ਕਰਨ ਦਾ ਮੌਕਾ ਦਿੰਦੇ ਰਹਿਣਾ। ਇੰਨੀ ਬੇਨਤੀਆਂ ਪ੍ਰਵਾਨ ਕਰਦੇ ਹੋਏ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।